थ्री फेज इंडक्शन मोटर विद स्टार डेल्टा कनेक्शन। ठीक है, सो ਆਪਾਂ 3 ਫੇਜ਼ ਇੰਡਕਸ਼ਨ ਮੋਟਰ ਦੀਆਂ ਟਾਈਪਸ ਆਪਾਂ ਇੰਡਕਸ਼ਨ ਮੋਟਰ ਦੀਆਂ ਟਾਈਪਸ ਕਰ ਲਈ ਸੀ, ਸਿੰਗਲ ਫੇਜ਼ ਤੇ 3 ਫੇਜ਼। ਉਹਦੀ ਕੰਸਟਰਕਸ਼ਨ ਤੇ ਵਰਕਿੰਗ ਵੀ ਸਮਝ ਲਈ ਸੀਗੀ। ਠੀਕ ਆ, ਤੇ ਹੁਣ ਕੀ ਆ ਕਿ ਜਿਹੜੀ 3 ਫੇਜ਼ ਇੰਡਕਸ਼ਨ ਮੋਟਰ ਆ ਉਹਨੂੰ ਆਪਾਂ ਜਦੋਂ ਸਟਾਰਟ ਕਰਦੇ ਆ ਉਹ ਕਿਸ ਤਰ੍ਹਾਂ ਸਟਾਰਟ ਹੁੰਦੀ ਆ। ਠੀਕ ਆ, 3 ਫੇਜ਼ ਜਿਹੜੇ ਕਨੈਕਸ਼ਨ ਆ ਉਹ ਕਿਸ ਤਰ੍ਹਾਂ ਆਪਾਂ ਕਨੈਕਟ ਕਰਦੇ ਆ ਕਿ ਮੋਟਰ ਨੂੰ ਆਪਾਂ ਪਹਿਲਾਂ ਸਟਾਰਟਿੰਗ ਪੋਜੀਸ਼ਨ ਵਿੱਚ ਕਿਸ ਤਰ੍ਹਾਂ ਉਹਨੂੰ ਵੋਲਟੇਜ ਪ੍ਰੋਵਾਈਡ ਕਰਦੇ ਆ, ਫਿਰ ਅੱਗੇ ਵੋਲਟੇਜ ਕੌਂਸਟੈਂਟ ਰੱਖਦੇ ਆ। ਤੁਹਾਨੂੰ ਮੈਂ ਅੱਗੇ ਦੱਸਿਆ ਸੀ ਕਲਾਸ ਦੇ ਵਿੱਚ, ਥੋਰੋਲੀ ਦੱਸਿਆ ਸੀਗਾ। ਠੀਕ ਆ, ਤੋ ਉਹਦਾ ਇੱਕ ਡਾਇਗਰਾਮ ਹੈਗਾ ਆ, ਉਹ ਡਾਇਗਰਾਮ ਆਪਾਂ ਇਹਦੇ ਵਿੱਚ ਕਿਸ ਤਰ੍ਹਾਂ ਨੂੰ ਆਪਾਂ ਇਹਦੀ ਵਰਕਿੰਗ ਹੈਗੀ ਉਹ ਥੋੜੀ ਬਹੁਤੀ ਦੇਖ ਲੈਂਦੇ ਆ ਇਹਦੇ ਵਿੱਚ। ਹੁਣ ਤੁਸੀਂ ਦੇਖਿਆ ਹੋਣਾ ਕਿ ਡੋਲ ਜਿਹੜੇ ਸਟਾਰਟਰ ਹੁੰਦੇ ਲੱਗੇ ਹਨਾ, ਜਦੋਂ ਮੋਟਰ ਨੂੰ ਆਪਾਂ ਸਟਾਰਟ ਕਰਦੇ ਆ ਨਾਲ ਇੱਕ ਸਟਾਰਟਰ ਬਾਕਸ ਲੱਗਾ ਹੁੰਦਾ ਹੈ, ਉਹਦੇ ਵਿੱਚ ਸਟਾਰਟਰ ਲੱਗੇ ਹੁੰਦੇ ਆ। ਤੇ ਉਹ ਸਟਾਰਟਰ ਦੇ ਵਿੱਚ ਕੀ ਹੁੰਦਾ ਆ, ਠੀਕ ਆ, ਕਿਸ ਤਰ੍ਹਾਂ ਕਨੈਕਸ਼ਨ ਕਨੈਕਟਡ ਹੁੰਦੇ ਆ ਤੇ ਕਿੱਦਾਂ 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 ਚੇਂਜ ਹੁੰਦੇ ਆ ਕਨੈਕਸ਼ਨ ਕਨੈਕਟਡ, ਉਹ ਉਹਦੇ ਬਾਰੇ ਆ ਥੋੜਾ। ਤੇ ਆਪਾਂ ਲਾਸਟ ਟਾਈਮ ਇੱਕ ਪੜਿਆ ਸੀਗਾ ਸਟਾਰ ਕਨੈਕਸ਼ਨ ਤੇ ਡੈਲਟਾ ਕਨੈਕਸ਼ਨ, ਯਾਦ ਹੋਣਾ ਤੁਹਾਨੂੰ। ਵਾਈ ਕਨੈਕਸ਼ਨ ਪੜ੍ਹੇ ਸੀਗੇ, ਵਾਈ ਕਨੈਕਸ਼ਨ ਤੇ ਦੂਜਾ ਕਿਹੜਾ ਪੜਿਆ ਸੀਗਾ ਸਰ ਜੀ ਸਟਾਰ ਕਨੈਕਸ਼ਨ। ਠੀਕ ਹੈ, ਡੈਲਟਾ ਕਨੈਕਸ਼ਨ। ਸੋ ਦੋ ਆ ਕਨੈਕਸ਼ਨ ਕੀਤੇ ਸੀਗੇ ਆਪਾਂ, ਤੇ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਹੜਾ ਸਟਾਰ ਕਨੈਕਸ਼ਨ ਆ, ਸਟਾਰ ਕਨੈਕਸ਼ਨ ਦੇ ਵਿੱਚ ਇੱਕ ਐਂਡ ਜਿਹੜਾ ਹੈਗਾ ਆ ਉਹ ਸਾਰਿਆਂ ਦਾ ਕੀ ਆ ਕਨੈਕਟਡ ਹੁੰਦਾ ਸੀਗਾ, ਤੇ ਦੂਜਾ ਐਂਡ ਕੀ ਸੀਗਾ, ਫ੍ਰੀ ਸੀਗਾ। ਯਾਦ ਆ ਨਾ ਥੋੜਾ ਬਹੁਤਾ, ਥੋੜਾ ਬਹੁਤਾ ਯਾਦ ਆ। ਇੱਕ ਹਾਂਜੀ ਹਾਂਜੀ ਸਰ। ਸੀਗਾ ਕਨੈਕਟਡ ਸੀਗਾ, ਤੇ ਦੂਜਾ ਐਂਡ ਕੀ ਸੀਗਾ, ਫ੍ਰੀ ਸੀਗਾ। ਠੀਕ ਆ, तो इधर देखो आगे लिखा है, की लिखा है बेटा ए हाँ जी की लिखा है स्टार्ट। ठीक है जी, ਸਟਾਰਟ ਦਾ ਮਤਲਬ ਕੀ ਆ ਕਿ ਆਹ ਵਾਈਂਡਿੰਗ ਦੇ ਜਦੋਂ ਕਨੈਕਸ਼ਨ ਹੋਣਗੇ ਜਿਹੜਾ ਤੁਹਾਡਾ ਰੋਟਰ ਆ ਇਹ ਸਟਾਰਟ ਹੋਊਗਾ। ਠੀਕ ਹੈ ਜੀ, ਤੁਹਾਨੂੰ ਮੈਂ ਦੱਸਿਆ ਸੀਗਾ ਨਾ ਉਹਦੇ ਵਿੱਚ ਕਿ ਜੇ ਮੋਟਰ ਹੈਗੀ ਤੁਹਾਡੀ 3 ਫੇਜ਼ ਇੰਡਕਸ਼ਨ ਮੋਟਰ ਆ, ਤੇ ਬਾਹਰ ਜਿਹੜੀ ਹੈਗੀ ਉਹ ਕੀ ਆ, ਸਟੇਟਰ ਵਾਈਂਡਿੰਗ ਆ। ਯਾਦ ਆ ਨਾ ਤੁਹਾਨੂੰ ਕੁਛ ਕੁਛ, ਇੱਥੇ ਬਾਹਰ ਕੀ ਸੀਗੀ ਤੁਹਾਡੀ, ਇੱਥੇ ਸਟੇਟਰ ਵਾਈਂਡਿੰਗ ਸੀਗੀ, ਅੰਦਰ ਕੀ ਸੀਗਾ, ਰੋਟਰ ਸੀਗਾ। ਉਹ ਯਾਦ ਆ ਨਾ, ਬੋਲੋ। ਜਦੋਂ ਆਪਾਂ 3 ਫੇਜ਼ ਇੰਡਕਸ਼ਨ ਮੋਟਰ ਪੜਿਆ ਸੀਗਾ ਟੌਪਿਕ, ਉਹ 'ਚ ਕੰਸਟਰਕਸ਼ਨ ਤੇ ਵਰਕਿੰਗ ਕੀਤੀ ਸੀਗੀ। ਕੰਸਟਰਕਸ਼ਨ ਤੇ ਵਰਕਿੰਗ ਦੇ ਵਿੱਚ ਕੀ ਆ, ਬਾਹਰ ਸਟੇਟਰ ਵਾਈਂਡਿੰਗ ਸੀਗੀ, ਅੰਦਰ ਕੀ ਸੀਗਾ, ਰੋਟਰ ਸੀਗਾ। ਆਹ ਸ਼ੋ ਕਰਦਾ ਪਿਆ ਸਟੇਟਰ ਵਾਈਂਡਿੰਗ। ਠੀਕ ਆ, ਆਹ ਸ਼ੋ ਕਰਦਾ ਪਿਆ ਰੋਟਰ। ਠੀਕ ਆ, ਹੁਣ ਰੋਟਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਰੰਟ ਦੀ ਸਪਲਾਈ ਭੇਜਦੇ ਪਏ ਆ। ਠੀਕ ਆ, ਉਹ ਆਪਾਂ ਦੱਸਦੇ ਪਏ ਆ ਕਿ ਕਿਸ ਤਰ੍ਹਾਂ ਜਿਹੜੀ ਤੁਹਾਡੀ ਜਿਹੜੀ ਸਪਲਾਈ ਆ, ਮੇਨ ਤੋਂ ਜਿਹੜੀ ਸਪਲਾਈ ਜਾਂਦੀ ਪਈ ਆ ਉਹ ਕਿਸ ਤਰ੍ਹਾਂ ਕਨੈਕਟ ਹੁੰਦੀ ਪਈ ਹੈ ਸਟਾਰਟਰ ਦੇ ਵਿੱਚ, ਜਿਹੜਾ ਉਹਦੇ ਵਿੱਚ ਮੋਟਰ ਦੇ ਨਾਲ ਜਿਹੜਾ ਇੱਕ ਬਾਕਸ ਲੱਗਾ ਹੈ ਜਿਹਦੇ 'ਚ ਸਟਾਰਟਰ ਹੈਗਾ, ਉਹਦੇ ਵਿੱਚ ਕਿਸ ਤਰ੍ਹਾਂ ਕਨੈਕਟਡ ਹੁੰਦੇ ਆ ਉਹਦੇ ਬਾਰੇ ਦੱਸ ਰਿਹਾ ਹੈ। ਠੀਕ ਆ, ਸੋ ਪਹਿਲਾਂ ਦੱਸ ਰਿਹਾ ਸਟਾਰਟ ਬਾਰੇ ਦੱਸ ਰਿਹਾ ਹੈ। ਠੀਕ ਆ ਜੀ, ਹੁਣ ਸਟਾਰਟ ਵੇਲੇ ਮੈਂ ਤੁਹਾਨੂੰ ਦੱਸਿਆ ਕਿ ਵਾਈ ਕਨੈਕਸ਼ਨ ਕਿੱਦਾਂ ਦਾ ਹੁੰਦਾ ਆ ਕਿ ਇੱਕ ਪੁਆਇੰਟ ਦੇ ਉੱਤੇ ਸਾਰੇ ਕੀ ਆ ਕਨੈਕਸ਼ਨ ਕਨੈਕਟਡ ਹੁੰਦੇ, ਦੂਜਾ ਐਂਡ ਕੀ ਹੁੰਦਾ, ਫ੍ਰੀ ਹੁੰਦਾ ਆ। ਹੁਣ ਦੇਖੋ ਇੱਥੇ ਦੇਖੋ, ਆਹ ਕੋਇਲ ਨੰਬਰ 1 ਲੈ ਲਓ, ਇਹਨੂੰ ਕੋਇਲ ਨੰਬਰ 2 ਲੈ ਲਓ, ਇਹਨੂੰ ਕੋਇਲ ਨੰਬਰ 3 ਲੈ ਲਓ। ਠੀਕ ਆ, ਹੁਣ ਇਹਦੇ ਵੀ ਦੇਖੋ ਇੱਕ ਐਂਡ ਸਾਰਿਆਂ ਦਾ ਕੀ ਆ, ਆਪਸ ਵਿੱਚ ਜੁੜਿਆ ਹੋਇਆ। ਦੇਖੋ one end is connected at a single terminal, ਦੇਖੋ ਇੱਕੋ ਟਰਮੀਨਲ ਦੇ ਉੱਤੇ ਤਿੰਨੋਂ ਚੀਜ਼ਾਂ ਕਨੈਕਟਡ ਆ। ਠੀਕ ਆ, ਤੇ ਦੂਜਾ ਐਂਡ ਕੀ ਆ, ਫ੍ਰੀ ਆ। ਠੀਕ ਆ, ਦੂਜਾ ਐਂਡ ਕੀ ਆ, ਫ੍ਰੀ ਆ। ਸੋ ਇਹਦੇ ਵਿੱਚ ਕੀ ਆ, ਇਹ ਸ਼ੋ ਕਰਦਾ ਪਿਆ ਤੁਹਾਡਾ ਕਿ ਜਦੋਂ ਆਪਾਂ ਇੱਕ ਪਾਸੇ ਸਾਰੇ ਕਨੈਕਟ ਕਰ ਦਿੱਤੇ ਆ, ਉਹ ਤੁਹਾਡਾ ਕਿਹੜਾ ਕਨੈਕਸ਼ਨ ਬਣ ਜਾਣਾ ਆ, ਵਾਈ ਕਨੈਕਸ਼ਨ। ਕਿਹੜਾ ਕਨੈਕਸ਼ਨ ਬਣੇਗਾ, ਵਾਈ ਕਨੈਕਸ਼ਨ। ਠੀਕ ਹੈ ਜੀ, ਹੁਣ ਵਾਈ ਕਨੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਆਪਾਂ ਮੋਟਰ ਨੂੰ ਸਟਾਰਟ ਕਰਨਾ ਉਸ ਸਮੇਂ ਕੀ ਹੋਊਗਾ, ਵੋਲਟੇਜ ਤੁਹਾਡੀ ਕੀ ਹੁੰਦੀ ਸੀਗੀ, ਯਾਦ ਆ ਕਿਸੇ ਨੂੰ ਰਿਲੇਸ਼ਨ, ਵੋਲਟੇਜ ਆਫ L ਰੂਟ ਆਫ 3 ਵੋਲਟੇਜ ਆਫ ਫੇਜ਼। ਯਾਦ ਆ ਨਾ ਤੁਹਾਨੂੰ, ਵੋਲਟੇਜ ਆਫ ਫੇਜ਼ ਕਿੰਨੀ ਹੁੰਦੀ ਆ, 220। ਠੀਕ ਆ, 220 √3 1.71
ਇਹਨਾਂ ਮਲਟੀਪਲਾਈ ਕਰੋਗੇ ਤਾਂ 400 ਤੋਂ ਉੱਪਰ ਆਊਗਾ 400 ਤੋਂ ਉੱਪਰ, ਠੀਕ ਆ। ਪਿੱਛੇ ਬੇਟਾ ਆਵਾਜ਼ ਬੰਦ ਕਰ ਲਓ ਆਪਣੀ, ਮਿਊਟ ਕਰ ਲਓ, ਮਿਊਟ ਕਰ ਲਓ ਜਿਹੜੇ ਬੱਚੇ ਆਏ ਹੋਏ ਆ। ਠੀਕ ਹੈ ਬੇਟਾ। ਸੋ ਇਹਦੇ ਵਿੱਚ ਕੀ ਸ਼ੋ ਕਰ ਰਿਹਾ ਆ, VL ਇਜ਼ ਇਕੁਅਲ ਟੂ ਰੂਟ ਆਫ 3 V ਆਫ ਫੇਜ਼। ਮਤਲਬ ਕੀ ਆ, ਕਹਿਣ ਦਾ ਮਤਲਬ ਕੀ ਆ, ਜਦੋਂ ਮੋਟਰ ਨੂੰ ਆਪਾਂ ਸਟਾਰਟਿੰਗ ਦੇ ਵਿੱਚ ਜਿਹੜੀ ਵੋਲਟੇਜ ਪ੍ਰੋਵਾਈਡ ਕਰਨੀ ਆ ਉਹ ਤੁਹਾਡੀ ਇਨਕਰੀਜ਼ ਹੋਊਗੀ। ਸਟਾਰ ਕਨੈਕਸ਼ਨ ਦੇ ਵਿੱਚ ਕੀ ਆ, ਵੋਲਟੇਜ ਤੁਹਾਡੀ ਇਨਕਰੀਜ਼ ਹੁੰਦੀ ਜਾਂਦੀ ਹੈ, ਠੀਕ ਆ। ਜਿਹਦੇ ਕਰਕੇ ਕੀ ਆ, ਤੁਹਾਡਾ ਹੌਲੀ ਹੌਲੀ ਜਿਹੜੀ ਸਪੀਡ ਫੜਦਾ ਆ ਤੁਹਾਡਾ ਰੋਟਰ, ਰੋਟਰ ਹੌਲੀ ਹੌਲੀ ਸਪੀਡ ਫੜਦਾ ਆ, ਠੀਕ ਆ। 400 ਵੋਲਟ ਜਦੋਂ ਪਾਰ ਹੋ ਜੂਗੇ ਫਿਰ ਕੀ ਹੋਊਗਾ, ਉਸ ਤੋਂ ਬਾਅਦ ਕੀ ਆਊਗਾ, ਰਨ ਦਾ ਕੇਸ ਆਊਗਾ। ਰਨ ਦੇ ਕੇਸ ਵਿੱਚ ਕੀ ਹੋਊਗਾ, ਤਾਂ ਰਨ ਦਾ ਕੇਸ ਦੱਸਣਗੇ ਡੈਲਟਾ ਕਨੈਕਸ਼ਨ। ਡੈਲਟਾ ਕਨੈਕਸ਼ਨ ਵਿੱਚ ਕੀ ਸੀਗਾ, ਇੱਕ ਐਂਡ ਕੋਇਲ ਦਾ ਦੂਜੇ ਐਂਡ ਕੋਇਲ ਦੇ ਨਾਲ ਅਟੈਚ ਹੁੰਦਾ ਸੀ। ਤਾਂ ਹੁਣ ਆ ਸਪੋਜ਼ ਇੱਥੇ A1 ਆ, A2 ਕਿੱਧਰ ਆ, ਇੱਥੇ A2 ਆ, B1 ਕਿੱਥੇ ਆ, ਇੱਥੇ B1 ਆ, B2 ਕਿੱਥੇ, ਅਗਲੇ ਤੇ B2 ਆ। ਇਹਦਾ ਮਤਲਬ ਕੀ ਆ, ਜਿਹੜਾ ਇੱਕ ਕੋਇਲ ਦਾ ਇੱਕ ਐਂਡ ਸੀਗਾ ਉਹ ਦੂਜੇ ਕੋਇਲ ਦੇ ਸਟਾਰਟਿੰਗ ਪੁਆਇੰਟ ਦੇ ਨਾਲ ਅਟੈਚ ਸੀਗਾ। ਜਿਹੜਾ ਇੱਕ ਕੋਇਲ ਦਾ ਜਿਹੜਾ ਐਂਡਲਾ ਪੁਆਇੰਟ ਸੀਗਾ ਉਹ ਦੂਜੀ ਕੋਇਲ ਦੇ ਸਟਾਰਟਿੰਗ ਦੇ ਨਾਲ ਜੁਆਇਨ ਸੀਗਾ, ਠੀਕ ਆ। ਆ ਦੇਖੋ ਹੁਣ ਆ ਰਨ ਦੇ ਵਿੱਚ ਕੇਸ ਦੇ ਵਿੱਚ ਕੀ ਹੋ ਰਿਹਾ, ਦੇਖੋ ਇਹਦੇ ਵਿੱਚ ਕੀ ਹੋ ਰਿਹਾ ਆ, ਜਿੱਦਾਂ ਹੁਣ 1 ਆ, 1 ਤੇ 2 ਆ, ਠੀਕ ਆ। 1 ਇੱਥੇ ਲਾ ਲਓ ਤੇ 2 ਇੱਥੇ ਲਾ ਲਓ, ਠੀਕ ਆ। ਸੋ ਜਦੋਂ ਮੈਂ ਇਹਨੂੰ ਦੋਨੋਂ ਕਨੈਕਟ ਕਰਾਂਗਾ 1 2 3 1, ਜਿੱਦਾਂ ਆ ਕਨੈਕਟਡ ਆ ਸਾਰੇ, ਹਨਾ, ਇਹਨਾਂ ਨੇ ਉਸ ਮੁਤਾਬਿਕ ਬਣਾਇਆ ਹੋਇਆ। ਮੈਂ ਇੱਥੇ ਤੁਹਾਨੂੰ ਦੱਸਦਾ, ਇੱਥੇ ਦੱਸਦਾ, ਇੱਥੇ ਦੇਖੋ ਆ ਬਣ ਗਿਆ A1, ਆ ਹੋ ਗਿਆ A2, ਇਹ ਆ ਗਿਆ B1, ਆ ਗਿਆ B2, ਥਰਡ ਆ ਗਿਆ C1, ਆ ਗਿਆ C2, ਠੀਕ ਆ। ਕੀ ਕਹਿੰਦਾ ਪਿਆ ਆ ਕਿ ਇੱਕ ਕੋਇਲ ਦਾ ਜਿਹੜਾ ਦੂਜਾ ਐਂਡ ਆ ਉਹ ਦੂਜੀ ਕੋਇਲ ਦੇ ਪਹਿਲੇ ਐਂਡ ਨਾਲ ਕੀ ਆ, ਕਨੈਕਟਡ ਆ। ਇਸ ਤਰ੍ਹਾਂ ਇਦਾਂ ਹੀ B2 ਕਿੰਨਾ ਕਨੈਕਟਡ ਹੋਊਗਾ, C1, ਠੀਕ ਆ। ਸੋ ਇਹ ਕਿਹੜੇ ਕਨੈਕਸ਼ਨ ਬਣ ਗਏ ਤੁਹਾਡੇ, ਡੈਲਟਾ ਕਨੈਕਸ਼ਨ। ਓਕੇ ਜੀ, ਕਲੀਅਰ ਹੋ ਗਿਆ ਬੇਟਾ, ਬੋਲੋ। ਹਾਂਜੀ ਸਰ। ਠੀਕ ਆ। ਸੋ ਇਸ ਢੰਗ ਦੇ ਨਾਲ ਆਪਾਂ ਡੈਲਟਾ ਕਨੈਕਸ਼ਨ ਦਿੰਦੇ ਆ, ਇਸ ਢੰਗ ਦੇ ਨਾਲ ਆਪਾਂ ਸਟਾਰ ਕਨੈਕਸ਼ਨ ਦਿੰਦੇ ਆ, ਠੀਕ ਆ। ਸਟਾਰ ਕਨੈਕਸ਼ਨ ਦੇ ਵਿੱਚ ਕੀ ਕਰਨਾ ਆ, ਇਹਨੇ ਮੋਟਰ ਨੇ ਸਟਾਰਟ ਕਰਨਾ ਹੈ, ਵੋਲਟੇਜ ਉਦੋਂ ਕੀ ਹੋਣੀ ਆ, ਰਾਈਜ਼ ਹੋਣੀ ਆ, ਠੀਕ ਆ। ਉਦੋਂ ਵੋਲਟੇਜ ਦਾ ਕੇਸ ਸੀਗਾ, ਲਾਈਨ ਵੋਲਟੇਜ ਆ ਉਹ ਕੀ ਗੱਲ ਹੁੰਦੀ ਹੈ, 440 ਵੋਲਟ ਤੱਕ ਜਾਊਗੀ ਤੁਹਾਡੀ, ਉਹ ਰਾਈਜ਼ ਕਰੂਗੀ ਹੌਲੀ ਹੌਲੀ। ਮੋਟਰ ਤੁਹਾਡੀ ਰੋਟਰ ਤੁਹਾਡਾ ਸਟਾਰਟ ਹੋਊਗਾ, ਉਹ 440 ਵੋਲਟ ਤੱਕ ਉਹਨੂੰ ਰਾਈਜ਼ ਕਰਦਾ ਜਾਊਗਾ, ਉਹਦੇ ਵਿੱਚ ਰੋਟੇਸ਼ਨ ਵੀ ਇਨਕਰੀਜ਼ ਹੁੰਦੀ ਜਾਊਗੀ। ਅਗਲਾ ਕੇਸ ਰਨ ਵਾਲਾ ਕੇਸ, ਰਨ ਵਾਲੇ ਕੇਸ ਵਿੱਚ ਕੀ ਹੋਊਗਾ, ਵੋਲਟੇਜ ਕੀ ਹੁੰਦੀ ਆ, VL ਕਿਹਦੇ ਬਰਾਬਰ ਹੁੰਦੀ ਆ, V ਫੇਜ਼ ਦੇ। ਲਾਈਨ ਵੋਲਟੇਜ ਕਿਹਦੇ ਬਰਾਬਰ ਹੁੰਦੀ ਆ, ਫੇਜ਼ ਵੋਲਟੇਜ ਦੇ ਬਰਾਬਰ ਹੁੰਦੀ ਆ। ਇਹਦਾ ਕੀ ਮਤਲਬ ਆ ਕਿ ਜਦੋਂ ਰਨ ਦਾ ਕੇਸ ਆਊਗਾ ਉਦੋਂ ਕੀ ਹੋਊਗਾ, ਵੋਲਟੇਜ ਤੁਹਾਡੀ ਕੀ ਹੋ ਜਾਣੀ ਆ, ਕਾਂਸਟੈਂਟ ਹੋ ਜਾਣੀ ਆ। ਜਿੰਨੀ ਵੋਲਟੇਜ ਤੁਹਾਨੂੰ ਮਿਲ ਗਈ ਉਸ ਟਾਈਮ, ਜਿੱਦਾਂ 440 ਤੱਕ ਇਹਨੇ ਇਨਕਰੀਜ਼ ਕਰ ਦਿੱਤਾ ਸਟਾਰ ਨੇ, ਉਸ ਤੋਂ ਬਾਅਦ ਕੀ ਆ, ਇਹਨੇ ਵੋਲਟੇਜ ਨੂੰ ਕੀ ਕਰ ਦੇਣਾ ਆ, ਕਾਂਸਟੈਂਟ ਕਰ ਦੇਣਾ ਹੈ, ਠੀਕ ਆ ਜੀ। ਤਾਂ ਇਟ ਮੀਨਸ ਉਸ ਕਾਂਸਟੈਂਟ ਦੇ ਵਿੱਚ ਕੀ ਹੋਊਗਾ, ਵੋਲਟੇਜ ਤੁਹਾਡੀ ਕਾਂਸਟੈਂਟ ਹੋ ਗਈ ਆ। ਹੁਣ ਉਸ ਕੇਸ ਦੇ ਵਿੱਚ ਕੀ ਆ, ਤੁਹਾਡੀ ਮੋਟਰ ਰਨ ਕਰਦੀ ਜਾਊਗੀ। ਓਕੇ ਜੀ, ਕਲੀਅਰ ਹੋ ਗਿਆ ਬੇਟਾ। ਮਤਲਬ ਜਿੰਨੀ ਉਹਦੀ ਰੋਟੇਸ਼ਨ ਹੋਊਗੀ ਉਸੇ ਰੋਟੇਸ਼ਨ ਦੇ ਵਿੱਚ ਉਹ ਰੋਟੇਟ ਕਰਦੀ ਜਾਊਗੀ। ਸਟਾਰ ਕਨੈਕਸ਼ਨ ਤੋਂ ਕਨੈਕਸ਼ਨ ਕੱਟ ਹੋ ਜਾਣਾ, ਠੀਕ ਆ ਜੀ। ਫਿਰ ਡੈਲਟਾ ਕਨੈਕਸ਼ਨ ਦੇ ਵਿੱਚ ਹੀ ਰੋਟਰ ਜਿਹੜੀ ਆ ਰੋਟੇਟ ਕਰਦੀ ਜਾਣੀ ਹੈ ਕੰਟੀਨਿਊਸਲੀ। ਇਹ ਕਹਿੰਦਾ ਪਿਆ, ਓਕੇ ਬੋਲੋ। ਸਮਝ ਲੱਗਾ ਕਿ ਨਹੀਂ ਲੱਗਾ, ਹਾਂ ਜਾਂ ਨਾ ਚ ਜਵਾਬ ਦਿਓ। ਹਾਂਜੀ ਸਰ, ਠੀਕ ਆ, ਥੋੜਾ ਬਹੁਤਾ ਹੀ ਸਮਝਣ ਵਾਲਾ ਹੈ, ਇਹਦੇ ਵਿੱਚ ਬਹੁਤਾ ਹੈ ਇਹਦੇ ਨਹੀਂਗਾ। ਵਿੱਚ ਬਦਲਣ ਬਾਰੇ ਕੰਫਿਊਜ਼ ਹੋ ਗਿਆ ਮੈਂ, ਹਾਂ ਬੋਲੋ, ਮੈਂ ਥੋੜਾ ਕੰਫਿਊਜ਼ ਹੋਇਆ ਮੈਂ। ਬੋਲੋ ਬੇਟਾ ਬੋਲੋ, ਕਿੱਦਾਂ ਸਰ ਜੀ ਇਹਦੇ ਕੋਲ ਜਿੱਥੇ ਤੁਸੀਂ ਇਹਦੇ ਕੋਲ ਸਮਝਾਇਆ ਕਿ ਇੱਥੇ ਜਿਹੜਾ ਸਟਾਰਟਰ ਦੇ ਉੱਪਰ A ਤੇ ਉੱਥੋਂ ਸਰ ਜੀ ਕੰਫਿਊਜ਼ ਆ ਜੀ। ਸਟੇਟਰ ਵਾਈਂਡਿੰਗ ਤੋਂ ਹਾਂਜੀ ਬੇਟਾ, ਮੋਟਰ ਦੇ ਜਦੋਂ ਆਪਾਂ ਕੰਸਟਰਕਸ਼ਨ ਦੇਖਦੇ ਆ ਨਾ ਮੋਟਰ ਦੀ, ਮੋਟਰ ਦੇ ਵਿੱਚ ਦੋ ਤਰ੍ਹਾਂ ਦੀ ਵਾਈਂਡਿੰਗ ਹੁੰਦੀ ਹੈ। ਇੱਕ ਹੁੰਦੀ ਸਟੇਟਰ ਵਾਈਂਡਿੰਗ, ਠੀਕ ਆ, ਇੱਕ ਹੁੰਦਾ ਰੋਟਰ ਜਿਹੜਾ ਸੈਂਟਰ ਦੇ ਵਿੱਚ ਹੁੰਦਾ ਹੈ, ਠੀਕ ਆ। ਸਟੇਟਰ ਵਾਈਂਡਿੰਗ ਬਾਹਰਲੇ ਪਾਸੇ ਹੁੰਦੀ ਹੈ, ਇੱਥੇ ਹੁੰਦੀ ਆ, ਇੱਥੇ ਸਟੇਟਰ ਵਾਈਂਡਿੰਗ ਹੁੰਦੀ ਹੈ, ਠੀਕ ਆ।
ਸਟੇਟਰ ਵਾਈਂਡਿੰਗ ਹੁੰਦੀ ਹੈ ਇੱਥੇ ਸੈਂਟਰ 'ਚ ਹੁੰਦਾ ਰੋਟਰ। ਜਿਹੜਾ ਕਰੰਟ ਦੀ ਸਪਲਾਈ ਆਣੀ ਆ ਉਹ ਆਣੀ ਕਿੱਥੇ ਆ? ਸਟੇਟਰ ਵਾਈਂਡਿੰਗ 'ਚ ਆਣੀ ਆ। ਕਿੱਥੇ ਆਣੀ ਆ? ਸਟੇਟਰ ਵਾਈਂਡਿੰਗ 'ਚ ਆਣੀ ਆ ਕਰੰਟ ਦੀ ਸਪਲਾਈ। ਹੁਣ ਜਿਹੜੀ ਕਰੰਟ ਦੀ ਸਪਲਾਈ ਸਟੇਟਰ ਵਾਈਂਡਿੰਗ 'ਚ ਆਣੀ ਆ ਉਹ ਕਿੱਥੋਂ ਆਉਂਦੀ ਪਈ ਆ? ਉਹ ਜਿਹੜਾ ਸਟਾਰਟਰ ਹੁਣ ਲੱਗਾ ਹੁੰਦਾ ਬਾਹਰ, ਦੇਖਿਆ ਹੋਣਾ ਨਾ 3 ਫੇਜ਼ ਇੰਡਕਸ਼ਨ ਮੋਟਰ ਦੇ ਨਾਲ ਇੱਕ ਸਟਾਰਟਰ ਲੱਗਾ ਹੁੰਦਾ ਹੈ ਉਹਨੂੰ ਸਟਾਰਟ ਕਰਨ ਵਾਲਾ। ਹਾਂਜੀ ਉਹਦੇ ਵਿੱਚ ਜਿਹੜੇ ਕਨੈਕਸ਼ਨ ਆ ਉਹ ਉਹਨੂੰ ਕਰੰਟ ਸਪਲਾਈ ਕਰਦੇ ਆ। ਉਹ 'ਚ ਰਿਲੇ ਵੀ ਲੱਗੀ ਹੁੰਦੀ ਆ, ਠੀਕ ਆ ਜੀ। ਉਹ 'ਚ ਆਹ ਕਨੈਕਸ਼ਨ ਵੀ ਲੱਗੇ ਹੁੰਦੇ ਆ, ਸਟਾਰ ਕਨੈਕਸ਼ਨ, ਡੈਲਟਾ ਕਨੈਕਸ਼ਨ। ਓਕੇ ਜੀ। ਹੁਣ ਜਦੋਂ ਉਹਦੇ ਵਿੱਚ ਪਹਿਲਾਂ ਕਰੰਟ ਦੀ ਸਪਲਾਈ ਕਿੱਦਾਂ ਜਾਊਗੀ? ਪਹਿਲਾਂ ਜਾਊਗੀ ਸਟਾਰਟ ਦੇ ਵਿੱਚ। ਪਹਿਲਾਂ ਕਰੰਟ ਦੀ ਸਪਲਾਈ ਕਿੱਦਾਂ ਜਾਊਗੀ? ਵਾਈ ਦੇ ਵਿੱਚ ਜਾਊਗੀ, ਵਾਈ ਕਨੈਕਸ਼ਨ ਦੇ ਵਿੱਚ ਕਰੰਟ ਦੀ ਸਪਲਾਈ ਜਾਊਗੀ ਉਹਨੂੰ, ਸਟੇਟਰ ਵਾਈਂਡਿੰਗ। ਠੀਕ ਆ ਜੀ। ਜਦੋਂ ਵਾਈ ਦੇ ਵਿੱਚ ਜਾਊਗੀ, ਵਾਈ ਦੇ ਵਿੱਚ ਜਾਊਗੀ ਤਾਂ ਉੱਥੇ ਕੀ ਹੋਊਗਾ? ਵੋਲਟੇਜ ਤੁਹਾਡੀ ਇਨਕਰੀਜ਼ ਹੋਊਗੀ। ਕਿੰਨੀ ਵੋਲਟੇਜ ਇਨਕਰੀਜ਼ ਹੋਗੀ? ਆ ਤੁਹਾਨੂੰ ਦੱਸਿਆ ਸੀਗਾ ਰਿਲੇਸ਼ਨ। ਆ ਰਿਲੇਸ਼ਨ ਤਾਂ ਹੀ ਦੱਸਿਆ ਤੁਹਾਨੂੰ, PL = √3 V ਫੇਜ਼। ਕਿੰਨੀ ਇਨਕਰੀਜ਼ ਹੋਊਗੀ? 440 ਤੱਕ ਇਨਕਰੀਜ਼ ਹੁੰਦੀ ਜਾਊਗੀ। ਠੀਕ ਆ। ਫਿਰ ਜਦੋਂ 440 ਤੱਕ ਇਨਕਰੀਜ਼ ਹੋ ਗਈ, ਜੇ ਉਹ ਇਨਕਰੀਜ਼ ਹੀ ਹੁੰਦੀ ਰਹੀ, ਸਟਾਰ ਨੇ ਤਾਂ ਇਨਕਰੀਜ਼ ਹੀ ਕਰਦੇ ਜਾਣਾ ਨਾ। ਜੇ ਉਹ ਇਨਕਰੀਜ਼ ਹੀ ਹੁੰਦੀ ਰਹੀ ਫਿਰ ਇੱਕ ਪੁਆਇੰਟ ਆਊਗਾ ਜਿੱਥੇ ਕੀ ਹੈ ਤੁਹਾਡੀ ਵਾਈਂਡਿੰਗ ਕੀ ਹੋ ਜੂਗੀ? ਮੈਲਟ ਕਰ ਜਾਏਗੀ, ਖਰਾਬ ਹੋ ਜੂਗੀ। ਠੀਕ ਹੈ ਨਾ। ਆਪਾਂ ਸਾਡਾ ਪਰਪਸ ਇਨਕਰੀਜ਼ ਕਰਨਾ ਪਰਪਸ ਨਹੀਂ ਆ, ਠੀਕ ਆ। ਸਟਾਰਟ ਕਰਨਾ ਸਾਡਾ ਪਰਪਸ ਹੈ। ਸਟਾਰਟ ਕਰ ਦਿੱਤਾ ਆਪਾਂ ਸਟਾਰ ਕਨੈਕਸ਼ਨ ਦੇ ਨਾਲ। ਉਦੋਂ ਵੋਲਟੇਜ ਇਨਕਰੀਜ਼ ਕਰਨੀ ਸੀ, ਉਹ ਇਨਕਰੀਜ਼ ਕਰ ਦਿੱਤੀ ਆਪਾਂ 440 ਤੱਕ। ਠੀਕ ਆ ਜੀ। ਹੁਣ ਕੀ ਆ ਸਾਨੂੰ ਵੋਲਟੇਜ ਕੌਨਸਟੈਂਟ ਚਾਹੀਦੀ ਆ, ਤਾਂ ਹੀ ਰੋਟਰ ਦੀ ਸਪੀਡ ਕੌਨਸਟੈਂਟ ਰਹੂਗੀ ਨਾ, ਨਹੀਂ ਤਾਂ ਰੋਟਰ ਦੀ ਸਪੀਡ ਵੱਧਦੀ ਜਾਣੀ। ਜਿੱਦਾਂ ਦਾ ਵੋਲਟੇਜ ਇਨਕਰੀਜ਼ ਹੁੰਦੀ ਜਾਣੀ ਉਦਾਂ ਦਾ ਰੋਟਰ ਦੀ ਸਪੀਡ ਹੀ ਵੱਧਦੀ ਜਾਣੀ ਹੈ। ਇਸ ਕਰਕੇ ਕੀ ਰੋਟਰ ਦੀ ਸਪੀਡ ਨੂੰ ਆਪਾਂ ਕੌਨਸਟੈਂਟ ਕਰਨਾ ਹੁਣ ਇੱਕ ਪੁਆਇੰਟ ਤੇ ਲਿਆ ਕੇ। ਉਹ ਕੌਨਸਟੈਂਟ ਕਿੱਦਾਂ ਕਰਨਾ ਹੈ? ਆਪਾਂ ਉਹ ਫਿਰ ਯੂਜ਼ ਕਰਦੇ ਹਾਂ ਡੈਲਟਾ ਕਨੈਕਸ਼ਨ। ਪਹਿਲਾਂ ਸਟਾਰ ਕਨੈਕਸ਼ਨ, ਸਟੇਟਰ ਵਾਈਂਡਿੰਗ ਨੂੰ ਜਿਹੜਾ ਕਰੰਟ ਜਾਊਗਾ ਉਹ ਸਟਾਰ ਕਨੈਕਸ਼ਨ ਦੇ ਵਿੱਚ ਜਾਊਗਾ। ਠੀਕ ਆ। ਜਿਹੜਾ ਸਟੇਟਰ ਵਾਈਂਡਿੰਗ ਨੂੰ ਕਰੰਟ ਜਾਊਗਾ ਪਹਿਲਾਂ ਸਟਾਰ ਕਨੈਕਸ਼ਨ ਦੇ ਵਿੱਚ ਜਾਊਗਾ। ਠੀਕ ਆ। ਫਿਰ ਉਸ ਤੋਂ ਬਾਅਦ ਕੀ ਆ, ਉਸੇ ਜਿਹੜਾ ਸਟਾਰਟਰ ਉਹਦੇ ਵਿੱਚ ਹੀ ਚੇਂਜ ਹੋ ਜਾਊਗਾ ਕੁਝ ਟਾਈਮ ਪੀਰੀਅਡ ਬਾਅਦ। ਕਿਹਦੇ ਵਿੱਚ? ਆਟੋਮੈਟਿਕ ਚੇਂਜ ਹੋ ਜਾਊਗਾ ਕਿਹਦੇ ਵਿੱਚ? ਡੈਲਟਾ ਕਨੈਕਸ਼ਨ ਦੇ ਵਿੱਚ ਕੁਝ ਟਾਈਮ ਪੀਰੀਅਡ ਬਾਅਦ। ਉਹ ਡੈਲਟਾ ਕਨੈਕਸ਼ਨ ਦੇ ਵਿੱਚ ਇਦਾਂ ਕਨੈਕਸ਼ਨ ਤੁਹਾਡੇ ਕਨੈਕਟ ਹੋਏ ਨੇ। ਪਹਿਲਾਂ ਕਨੈਕਸ਼ਨ ਇਦਾਂ ਕਨੈਕਟ ਹੁੰਦੇ ਪਏ ਆ। ਸਰ ਜੀ ਜਿੱਦਾਂ ਆਪਣੇ ਇਹ ਕਹਿੰਦੇ ਆ, ਆਪਾਂ ਜਦੋਂ ਕਿਸੇ ਚੱਕੀ ਦੇਖਦੇ ਆ, ਉਹ ਪਹਿਲਾਂ ਸਟਾਰਟ ਕਰਦੇ ਆ, ਉਹ ਪਹਿਲਾਂ ਇੱਕ ਸਵਿਚ ਨੂੰ ਔਨ ਕਰਦੇ, ਫਿਰ ਦੂਜੇ ਸਵਿਚ ਤੇ ਉਹ ਕਰ ਦਿੰਦੇ, ਚੇਂਜ ਕਰਦੇ, ਜਦੋਂ ਸਪੀਡ ਉਹਦੀ ਥੋੜੀ ਵੱਧ ਜਾਂਦੀ ਆ। ਸਰ ਜੀ ਉਹੀ ਆ ਮੇਨਲੀ। ਹਾਂ ਇਦਾਂ ਹੈ ਕਿ ਪਹਿਲਾਂ ਜਿਹੜੀ ਟੈਕਨੋਲੋਜੀ ਸੀਗੀ ਉਹਦੇ ਵਿੱਚ ਆਪ ਕਰਨਾ ਪੈਂਦਾ ਸੀਗਾ। ਹਾਂਜੀ। ਅੱਜ ਕੱਲ ਜਿਹੜੀ ਟੈਕਨੋਲੋਜੀ ਚੱਲਦੀ ਪਈ ਉਹ ਆਟੋਮੈਟਿਕਲੀ ਹੋ ਜਾਂਦਾ ਹੈ। ਸਰ ਜਿਹੜਾ ਸਟਾਰ ਆ ਉਹਨੇ ਆਪਾਂ ਨੂੰ ਇਹ ਪਹਿਲਾਂ ਸਪੀਡ ਫੜਨ 'ਚ ਹੈਲਪ ਕਰਨੀ ਆ, ਤੇ ਡੈਲਟਾ ਨੇ ਫਿਰ ਉਹਨੂੰ ਕੌਨਸਟੈਂਟ ਇੱਕ ਵਾਰੀ ਫੜ ਲਈ, ਫਿਰ ਉਹ ਤੇ ਕੰਮ ਕਰਨਾ ਉਹਨੇ। ਹਾਂ ਉਸੇ ਵੋਲਟੇਜ ਤੇ ਕੰਮ ਕਰੇਗਾ, ਕੌਨਸਟੈਂਟ ਕਰ ਦੇਣਾ। ਠੀਕ ਹੈ ਜੀ, ਬਿਲਕੁਲ ਸਹੀ। ਠੀਕ ਹੈ ਜੀ। ਤਾਂ ਹੀ ਇੱਥੇ ਇਹਦਾ ਰਿਲੇਸ਼ਨ ਆ ਹੁੰਦਾ VL = V ਫੇਜ਼। ਇਹ 'ਚ ਕੌਨਸਟੈਂਟ ਕਰ ਦਿੰਦਾ ਹੈ ਜਿੰਨਾ ਕਰੰਟ ਹੈਗਾ, ਵੋਲਟੇਜ ਹੈਗੀ ਜਿੰਨੀ ਹੈਗੀ ਆ। ਇਹਦੇ ਵਿੱਚ ਕੀ ਆ? ਵੋਲਟੇਜ ਇਨਕਰੀਜ਼ ਕਰਦਾ ਹੈ ਸਟਾਰ ਦੇ ਵਿੱਚ। ਠੀਕ ਆ। ਓਕੇ ਜੀ, ਕਲੀਅਰ ਹੈ ਬੇਟਾ? ਮਤਲਬ ਕਰੰਟ ਜਿਹੜਾ ਹੈ ਸਟੇਟਰ ਵਾਈਂਡਿੰਗ 'ਚ ਆਣਾ ਹੈ। ਇਹ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਕਿ ਕਿੱਦਾਂ ਕਨੈਕਟ ਕਰਦੇ ਆ। ਜਿਹੜਾ ਸਟੇਟਰ ਵਾਈਂਡਿੰਗ 'ਚ ਕਰੰਟ ਜਾਂਦਾ ਹੈ ਉਹ ਕਿੱਦਾਂ ਕਨੈਕਟ ਹੋ ਕੇ ਜਾਂਦਾ ਹੈ। ਇਹ ਦੱਸਦਾ ਪਿਆ ਹੈ ਤੁਹਾਨੂੰ। ਠੀਕ ਆ। ਹੈਗਾ ਸਟੇਟਰ ਦਾ ਹੀ ਆ ਕਰੰਟ, ਸਟੇਟਰ ਦਾ ਹੀ ਕਰੰਟ ਆ। ਸਟੇਟਰ ਦੇ ਨੂੰ ਹੀ ਜਿਹੜਾ ਕਰੰਟ ਭੇਜਦਾ ਪਿਆ, ਪਹਿਲਾਂ ਸਟਾਰ 'ਚ ਭੇਜਦਾ ਪਿਆ, ਫਿਰ ਕਿਹ 'ਚ ਭੇਜਦਾ ਪਿਆ? ਡੈਲਟਾ 'ਚ ਭੇਜਦਾ ਪਿਆ। ਠੀਕ ਆ। ਉਹ ਸਭ ਕੁਝ ਜਿਹੜਾ ਚੇਂਜ ਹੋ ਰਿਹਾ ਹੈ ਕਨੈਕਸ਼ਨ, ਉਹ ਕਨੈਕਸ਼ਨ ਜਿਹੜੇ ਚੇਂਜ ਹੋ ਰਿਹਾ ਸਟਾਰਟਰ ਦੇ ਵਿੱਚ ਹੋ ਰਿਹਾ, ਜਿਹੜਾ ਉਹਨੂੰ ਸਟਾਰਟ ਕਰਦਾ ਪਿਆ ਮੋਟਰ। ਠੀਕ ਆ। ਬਾਕਸ ਲੱਗਾ ਹੁੰਦਾ ਇੱਕ ਸਟਾਰਟਰ ਦਾ, ਉਹਦੇ ਵਿੱਚ ਸਭ ਕੁਝ ਚੇਂਜ ਹੁੰਦਾ ਹੈ। ਉਹਦੇ ਨਾਲ ਰਿਲੇ ਲੱਗੀ ਹੁੰਦੀ ਹੈ। ਠੀਕ ਆ। ਆਹ ਦੇਖੋ, ਆਹ ਰਨ ਹੋ ਗਿਆ, ਆਹ ਸਟਾਰਟ ਹੋ ਗਿਆ। ਠੀਕ ਆ। ਰਨ ਡੈਲਟਾ ਦੇ ਵਿੱਚ ਆ, ਸਟਾਰਟ ਵਾਈ ਦੇ ਵਿੱਚ ਆ। ਹੁਣ ਆਹ ਜਿਹੜੇ ਕਨੈਕਸ਼ਨ ਆ ਦੇਖੋ 1 1 2 2 3 3 4 4 5 5 6 6। ਠੀਕ ਆ। ਇਹ ਤੁਹਾਡੇ ਕੀ ਆ? ਏਦਾਂ ਹੀ ਆ, ਟਰਮੀਨਲ ਬਣੇ ਹੋਏ ਆ ਤੁਹਾਡੇ। ਤੁਹਾਨੂੰ ਮੈਂ ਦੱਸਿਆ ਸੀ ਨਾ ਕਿ 3 ਫੇਜ਼ ਇੰਡਕਸ਼ਨ 3 ਫੇਜ਼ ਜੋ ਤੁਹਾਡੀ ਵਾਈਂਡਿੰਗ ਹੈਗੀ ਆ, 3 ਫੇਜ਼ ਵਾਈਂਡਿੰਗ ਦਾ ਮਤਲਬ ਕਿ ਤੁਹਾਨੂੰ 6 ਕਨੈਕਸ਼ਨ ਮਿਲਣੇ ਆ। 3 ਫੇਜ਼ 1 2 3 4 5 6। ਠੀਕ ਆ। ਏਦਾਂ ਤੁਹਾਨੂੰ ਤਿੰਨ ਐਂਡ ਮਿਲਣੇ ਆ। 3 ਐਂਡ ਦੇ 6 ਕਨੈਕਸ਼ਨ ਮਿਲਣੇ ਆ। ਸੋ 6 ਕਨੈਕਸ਼ਨ ਨੂੰ ਕਿੱਦਾਂ ਕਨੈਕਟ ਕੀਤਾ ਜਾਂਦਾ ਉਹ ਆ ਇੱਥੇ ਇਹੀ ਦੱਸ ਰਿਹਾ। ਠੀਕ ਆ। ਆ ਏਦਾਂ ਬਣਾ ਦਿੱਤਾ ਉਹਨੇ। ਫਿਰ 10 ਕਿੱਥੇ ਰਿਹਾ? 10 ਇੱਥੇ ਰਿਹਾ ਆ, ਕਿ ਏਦਾਂ ਕਨੈਕਟ ਹੁੰਦੇ ਆ। ਉਹ ਕਲੀਅਰ ਆ? ਡਾਇਗਰਾਮ ਨੂੰ ਵੀ ਸਮਝੋ ਥੋੜਾ ਜਿਹਾ ਕੀ ਦੱਸਦਾ ਪਿਆ। ਠੀਕ ਆ। ਇੱਥੇ ਏਦਾਂ ਦੱਸਦਾ ਪਿਆ ਕਿ ਇਸ ਤਰ੍ਹਾਂ ਟਰਮੀਨਲ ਦੇ ਵਿੱਚ ਲੱਗੇ ਹੁੰਦੇ ਆ ਕਨੈਕਸ਼ਨ। ਠੀਕ ਆ। ਸਟੇਟਰ ਨੂੰ ਕਰੰਟ ਜਾਂਦਾ ਆ ਅੱਗੇ। ਠੀਕ ਆ। ਅੱਗੇ ਰੋਟਰ ਲੱਗਾ ਹੁੰਦਾ, ਉਹਨੂੰ ਰੋਟੇਟ ਕਰਦਾ ਆ, ਤੇ ਉਹ ਸਟੇਟਰ ਜਿਹੜਾ ਕਰੰਟ ਜਾਂਦਾ ਕਿੱਦਾਂ ਜਾਂਦਾ ਆ? ਆਹ ਸਟਾਰਟ ਕਨੈਕਸ਼ਨ ਦੇ ਵਿੱਚ ਸਟਾਰਟ ਦੀ ਪੋਜੀਸ਼ਨ ਆ। ਪਹਿਲਾਂ ਸਟਾਰਟ ਕਰਨਾ ਹੈ ਤਾਂ ਇਦਾਂ ਕਨੈਕਟ ਹੁੰਦੇ ਆ, ਇੱਥੇ ਕਨੈਕਟ ਹੁੰਦੇ ਆ, ਕਨੈਕਸ਼ਨ ਇੱਥੇ ਹੁੰਦੇ ਆ। ਸਟੇਟਰ ਤਾਂ ਪਹਿਲੇ ਕਨੈਕਟ ਹੋ ਗਏ ਨਾ,
ਯੈਸ অর ਨੋ? ਸਟੇਟਰ ਨੂੰ ਜੇ ਕਰੰਟ ਜਾਣਾ ਹੈ ਤਾਂ ਸਟੇਟਰ ਜਿਹੜਾ ਸਟੇਟਰ ਵਾਈਂਡਿੰਗ ਜਿਹੜਾ ਕਰੰਟ ਜਾਂਦਾ ਪਿਆ ਉਹ ਸਟਾਰਟ ਦੇ ਦੌਰਾਨ ਜਿੱਦਾਂ ਦੇ ਕਨੈਕਸ਼ਨ ਕਨੈਕਟ ਕਰੂਗਾ ਇੱਥੇ ਕਨੈਕਸ਼ਨ, ਠੀਕ ਆ, ਉਹ ਕਿੱਦਾਂ ਕਨੈਕਟ ਕਰੂਗਾ, ਇਦਾਂ ਕਰੂਗਾ। ਆ ਸ਼ੋ ਕਰਦਾ ਪਿਆ। ਉਹ ਸਮਝ ਗਏ ਗੱਲ? ਕਲੀਅਰ ਹੈ ਕਿ ਨਹੀਂ? ਡਾਇਗਰਾਮ ਕਲੀਅਰ ਹੋ ਰਿਹਾ ਕਿ ਨਹੀਂ ਹੋ ਰਿਹਾ? ਸਰ ਜੀ ਹਾਂ ਸਰ ਜੀ, ਆ ਜਿਹੜੇ ਕਾਫੀ ਹੱਦ ਤੱਕ ਕਨੈਕਸ਼ਨ ਹੋ ਹੈ ਰਿਹਾ ਨਾ, ਕਲੀਅਰ। ਇੱਥੋਂ ਤੋੜ ਦਿਓ, ਆ ਕਨੈਕਸ਼ਨ ਤੋੜ ਦਿਓ ਇੱਥੋਂ। ਜੀ ਆ ਜਿਹੜੇ ਤੁਹਾਨੂੰ ਹਾਂਜੀ। ਟਰਮੀਨਲ ਦੱਸਦਾ ਮੈਂ 1 1 2 2 3 3 4 4 ਇਹ ਤੁਹਾਨੂੰ ਟਰਮੀਨਲ ਇਹਦੇ ਦੱਸ ਰਿਹਾ, ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਿੰਪਲ ਵਾਈਂਡਿੰਗ ਉੱਥੇ ਅਟੈਚ ਹੈਗੀਆਂ 1 1 ਟਰਮੀਨਲ ਆ ਉੱਥੇ। ਹੁਣ ਟਰਮੀਨਲ ਨੂੰ ਕਨੈਕਟ ਕਿੱਦਾਂ ਕਰਨਾ ਆ? ਉਹ ਕਨੈਕਟ ਇਦਾਂ ਕਰਨਾ, ਸਟਾਰ ਦੇ ਵਿੱਚ ਇਦਾਂ ਕਨੈਕਟ ਕਰਨਾ, ਠੀਕ ਆ। ਜਦੋਂ ਇਦਾਂ ਕਨੈਕਟ ਕਰ ਦਿੱਤਾ ਤੁਸੀਂ ਇੱਥੇ ਇੱਥੇ ਆਹ ਵਾਲੇ ਤਰੀਕੇ ਨਾਲ ਕਨੈਕਟ ਕਰਤਾ ਤਾਂ ਸਟੇਟਰ ਵਾਈਂਡਿੰਗ 'ਚ ਕਰੰਟ ਜਾਊਗਾ ਸਟਾਰਟ ਬਾਈ ਕਨੈਕਸ਼ਨ ਦੇ ਵਿੱਚ, ਠੀਕ ਆ। ਇੱਥੇ ਹੀ ਆ ਜਿਹੜੇ ਟਰਮੀਨਲ ਬਣੇ ਹੋਏ ਆ, ਇੱਥੇ ਹੀ ਆਪਾਂ ਕਨੈਕਟ ਕਰ ਦੇਣਾ। ਕਿੱਦਾਂ? ਅੱਜ ਦਾ ਰਨ ਦਾ ਕੇਸ ਆ, ਇੱਥੇ ਹੀ ਇਦਾਂ ਹੀ ਰਨ ਦੇ ਕੇਸ ਵਾਂਗੂ ਕਨੈਕਟ ਕਰ ਦੇਣੇ ਆ ਕੁਝ ਟਾਈਮ ਬਾਅਦ, ਠੀਕ ਆ। ਉਹ ਰਨ ਦਾ ਕੇਸ ਬਣ ਜਾਣਾ। ਰਨ ਦੇ ਕੇਸ ਦੇ ਵਿੱਚ ਕੀ ਹੋਣਾ? ਸਟੇਟਰ ਵਾਈਂਡਿੰਗ 'ਚ ਕਰੰਟ ਫਿਰ ਰਨ ਦੇ ਕੇਸ 'ਚ ਜਾਊਗਾ, ਫਿਰ ਰੋਟਰ ਤੁਹਾਡਾ ਕੌਨਸਟੈਂਟ ਹੋ ਜਾਊਗਾ। ਇਹ ਦੱਸਦਾ ਪਿਆ ਆ, ਠੀਕ ਆ। ਇਸ ਕਰਕੇ ਇਹਨਾਂ ਨੇ ਆ ਥੋੜੇ ਰਨ ਤੇ ਸਟਾਰਟ ਦੇ ਜਿਹੜੇ ਕਨੈਕਸ਼ਨ ਆ ਥੋੜੇ ਅਲੱਗ ਬਣਾਤੇ ਆ, ਤਾਂ ਜੋ ਤੁਹਾਨੂੰ ਕਲੀਅਰ ਹੋ ਜਾਵੇ ਕਿੱਦਾਂ ਕਨੈਕਟ ਕਰਦੇ ਆ ਆਪਾਂ ਇਹ ਟਰਮੀਨਲ ਦੇ ਵਿੱਚ, ਆ ਕਨੈਕਸ਼ਨਸ ਦੇ ਵਿੱਚ ਕਿੱਦਾਂ ਕਨੈਕਟ ਕਰਦੇ ਆ। ਓਕੇ ਜੀ, ਕਲੀਅਰ ਹੋ ਗਿਆ ਡਾਇਗਰਾਮ ਸਾਰਿਆਂ ਨੂੰ? ਬੋਲੋ ਯੈਸ অর ਨੋ? ਆ ਸਪਲਾਈ ਆ ਆਰ ਵਾਈ ਬੀ। ਓਕੇ ਜੀ। ਸਰ ਇਹ ਡਾਇਗਰਾਮ ਐਗਜ਼ਾਮ ਚ ਆ ਸਕਦਾ? ਹਾਂਜੀ ਹਾਂ, ਆ ਸਕਦਾ, ਬਿਲਕੁਲ ਆ ਸਕਦਾ, ਤਾਂ ਹੀ ਦੱਸ ਰਿਹਾ। ਸਰ ਜੀ ਕੁਐਸਚਨ ਕਿਸ ਤਰੀਕੇ ਨਾਲ ਹੋਊਗਾ ਫਿਰ ਇਹਦਾ? ਵਰਕਿੰਗ ਆਫ 3 ਫੇਜ਼ ਇੰਡਕਸ਼ਨ ਮੋਟਰ ਵਿਦ ਸਟਾਰ ਡਾਟਾ ਕਨੈਕਸ਼ਨ। ਓਕੇ ਠੀਕ ਆ। ਤੇ ਵਰਕਿੰਗ ਦੀ ਜੋ ਮੈਂ ਤੁਹਾਨੂੰ ਹੁਣੀ ਦੱਸਿਆ ਰਿਲੇਸ਼ਨ ਦੱਸੇ ਆ, ਠੀਕ ਆ। ਲਾਈਨ ਵੋਲਟੇਜ ਤੇ ਫੇਜ਼ ਵੋਲਟੇਜ ਦਾ ਰਿਲੇਸ਼ਨ ਕੀ ਹੈਗਾ ਸਟਾਰਟ ਦੇ ਵੇਲੇ, ਰਨ ਦੇ ਵੇਲੇ ਇਹ ਲਿਖੋਗੇ। ਆ ਡਾਇਗਰਾਮ ਸਿੱਧਾ ਬਣਾਓਗੇ ਐਜ਼ ਇਟ ਇਜ਼, ਠੀਕ ਆ। ਇਹਦੀ ਵਰਕਿੰਗ ਲਿਖੋਗੇ। ਵਰਕਿੰਗ ਦੇ ਵਿੱਚ ਇਹ ਲਿਖੋਗੇ ਕਿ ਸਟਾਰਟਿੰਗ ਦੇ ਵਿੱਚ ਜਦੋਂ ਸਪਲਾਈ ਤੋਂ ਕਰੰਟ ਆ ਰਿਹਾ ਆ, ਪਹਿਲਾਂ ਸਟੇਟਰ ਵਾਈਂਡਿੰਗ ਵਿੱਚ ਜਾਂਦਾ ਆ, ਸਟੇਟਰ ਵਾਈਂਡਿੰਗ ਤੋਂ ਬਾਅਦ ਰੋਟਰ ਨੂੰ ਰੋਟੇਟ ਕਰਦਾ ਆ। ਹੁਣ ਜਿਹੜਾ ਸਟੇਟਰ ਵਾਈਂਡਿੰਗ ਜਿਹੜਾ ਕਰੰਟ ਜਾ ਰਿਹਾ ਆ ਉਹ ਦੋ ਤਰੀਕਿਆਂ ਨਾਲ ਜਾਂਦਾ ਆ। ਸਟਾਰਟ ਵੇਲੇ ਵਾਈ ਕਨੈਕਸ਼ਨ ਵਿੱਚ ਜਾਂਦਾ ਆ ਤੇ ਰਨ ਵੇਲੇ ਡੈਲਟਾ ਕਨੈਕਸ਼ਨ ਵਿੱਚ ਜਾਂਦਾ ਹੈ, ਠੀਕ ਆ। ਤੇ ਤੁਸੀਂ ਇਹ ਕੇਸ ਬਣਾ ਕੇ ਦੱਸ ਦੇਣਾ ਕਿ ਵਾਈ ਕਨੈਕਸ਼ਨ ਦੇ ਵਿੱਚ ਕੀ ਹੁੰਦਾ ਆ, ਸਾਰੇ ਟਰਮੀਨਲ ਇੱਕ ਪਾਸੇ ਕਨੈਕਟ ਹੁੰਦੇ ਆ, ਠੀਕ ਆ। ਤੇ ਡੈਲਟਾ ਦੇ ਵਿੱਚ ਕੀ ਹੁੰਦਾ ਆ ਕਿ ਸਟਾਰਟਿੰਗ ਦੇ ਵਿੱਚ ਜਿਹੜਾ ਪਹਿਲਾ ਕੰਡਕਟਰ ਆ ਉਹਦਾ ਜਿਹੜਾ ਦੂਜਾ ਐਂਡ ਆ ਉਹ ਪਹਿਲੇ ਐਂਡ ਦੇ ਨਾਲ ਕਨੈਕਟ ਹੁੰਦਾ ਆ। ਸੋ ਰਨ ਦੇ ਕੇਸ ਦੋਨੋਂ ਦੱਸ ਦੇਣੇ ਆ ਤੁਸੀਂ, ਠੀਕ ਆ। ਤੇ ਐ ਸ਼ੋਨ ਇਨ ਫਿਗਰ ਦੱਸ ਦੇਣਾ ਤੁਸੀਂ ਕਿ ਰਨ ਦੇ ਕੇਸ ਵਿੱਚ ਇਸ ਤਰ੍ਹਾਂ ਕਨੈਕਟ ਹੁੰਦੇ ਆ ਤੇ ਸਟਾਰ ਦੇ ਵਿੱਚ ਇੱਕੋ ਜਗ੍ਹਾ ਟਰਮੀਨਲ ਤੇ ਕਨੈਕਟ ਹੁੰਦੇ ਆ ਇੱਕ ਕਨੈਕਸ਼ਨ, ਠੀਕ ਆ ਜੀ। ਇਸ ਤਰੀਕੇ ਨਾਲ ਕਨੈਕਟ ਕਰਨ ਤੋਂ ਬਾਅਦ ਫਿਰ ਦੱਸ ਦੇਣਾ ਤੁਸੀਂ ਕਿ ਸਟਾਰਟ ਵੇਲੇ ਸਾਨੂੰ ਵੋਲਟੇਜ ਇਨਕਰੀਜ਼ ਕਰਨੀ ਹੁੰਦੀ ਹੈ, ਇਨਕਰੀਜ਼ ਹੋ ਜਾਂਦੀ ਆ, ਇਸ ਕਰਕੇ ਰੋਟਰ ਹੌਲੀ ਹੌਲੀ ਰੋਟੇਟ ਕਰਦਾ ਆ। ਫਿਰ ਡੈਲਟਾ ਵੇਲੇ ਤੁਸੀਂ ਇਹ ਦੱਸ ਦੇਣਾ ਕਿ ਫਿਰ ਐਂਡ ਵਿੱਚ ਆ ਕੇ ਕੁਛ ਜੋ ਸਪੀਡ ਫੜ ਲੈਂਦੀ ਆ, ਉਸ ਤੋਂ ਬਾਅਦ ਕੁਛ ਟਾਈਮ ਪੀਰੀਅਡ ਬਾਅਦ ਜਾ ਕੇ ਉਹ ਡੈਲਟਾ 'ਚ ਕਨਵਰਟ ਹੋ ਜਾਂਦਾ ਆ। ਡੈਲਟਾ 'ਚ ਕਨਵਰਟ ਹੋਣ ਨਾਲ ਕੀ ਹੋਇਆ, ਪੂਰੀ ਜਿਹੜੀ ਰੋਟਰ ਦੀ ਰੋਟੇਸ਼ਨ ਆ ਉਹ ਕੀ ਆ ਕੌਂਸਟੈਂਟ ਹੋ ਜਾਂਦੀ ਆ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਆ ਵੋਲਟੇਜ ਲਾਈਨ ਵੋਲਟੇਜ ਕਿਹਦੇ ਬਰਾਬਰ ਹੁੰਦੀ ਆ, ਫੇਜ਼ ਵੋਲਟੇਜ ਦੇ ਬਰਾਬਰ ਹੁੰਦੀ ਆ। ਸੋ ਵੋਲਟੇਜ ਉਹਦੇ ਵਿੱਚ ਸਾਨੂੰ ਕੰਟੀਨਿਊਸਲੀ ਕੌਂਸਟੈਂਟ ਮਿਲਦੀ ਆ। ਸੋ ਇਸ ਤਰੀਕੇ ਨਾਲ ਆਪਾਂ ਰੋਟੇਟ ਕਰਦੇ ਹਾਂ, ਬਸ ਵਰਕਿੰਗ ਕੰਟੀਨਿਊਸ, ਠੀਕ ਆ ਜੀ। ਓਕੇ ਜੀ, ਕਲੀਅਰ ਆ ਬੇਟਾ? ਬੋਲੋ ਹਾਂਜੀ ਸਰ ਜੀ। ਓਕੇ ਜੀ, ਓਕੇ, ਠੀਕ ਆ। ਹੁਣ ਇੱਕ ਵਾਰੀ ਤੁਸੀਂ ਵੀ ਪੜ੍ਹ ਕੇ ਦੇਖ ਲਿਓ, ਬੁੱਕ ਦੇ ਵਿੱਚ ਹੈਗਾ ਹੈ। ਓਕੇ, ਨੈਕਸਟ ਆ ਗਿਆ ਤੁਹਾਡਾ ਡਿਸਟ੍ਰੀਬਿਊਸ਼ਨ ਸਿਸਟਮ, ਠੀਕ ਆ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ, ਪੇਪਰ 'ਚ ਬਹੁਤ ਵਾਰੀ ਪੁੱਛਦੇ ਆ। ਦੋ ਤਰ੍ਹਾਂ ਦੇ ਡਿਸਟ੍ਰੀਬਿਊਸ਼ਨ ਸਿਸਟਮ ਹੁੰਦੇ ਆ, ਇੱਕ ਹੁੰਦੇ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ ਜਾਂ ਉਹਨੂੰ ਕਹਿੰਦੇ ਆਪਾਂ ਹਾਈ ਟੈਂਸ਼ਨ ਡਿਸਟ੍ਰੀਬਿਊਸ਼ਨ ਸਿਸਟਮ, ਠੀਕ ਆ। ਪ੍ਰਾਇਮਰੀ ਦਾ ਦੂਜਾ ਨਾਮ ਆ ਹਾਈ ਟੈਂਸ਼ਨ ਡਿਸਟ੍ਰੀਬਿਊਸ਼ਨ ਸਿਸਟਮ, HT। ਤੇ ਦੂਜਾ ਹੁੰਦਾ ਆ ਸੈਕੰਡਰੀ ਡਿਸਟ੍ਰੀਬਿਊਸ਼ਨ ਸਿਸਟਮ, ਸੈਕੰਡਰੀ ਡਿਸਟ੍ਰੀਬਿਊਸ਼ਨ ਸਿਸਟਮ ਆ ਸੈਕੰਡਰੀ ਡਿਸਟ੍ਰੀਬਿਊਸ਼ਨ ਸਿਸਟਮ ਆ, ਠੀਕ ਆ। ਇਹਨੂੰ ਕਹਿੰਦੇ ਲੋ ਟੈਂਸ਼ਨ LT, ਲੋ ਟੈਂਸ਼ਨ ਡਿਸਟ੍ਰੀਬਿਊਸ਼ਨ ਸਿਸਟਮ, ਠੀਕ ਆ। ਡਿਸਟ੍ਰੀਬਿਊਸ਼ਨ ਸਿਸਟਮ ਹੈ ਕੀ ਆ, ਆਪਾਂ ਕਰਦੇ ਕੀ ਆ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ? ਤੁਸੀਂ ਦੇਖਦੇ ਹੋਣੇ ਆ ਕਿ ਡੈਮ ਤੋਂ એનર્ਜੀ, ਇਲੈਕਟ੍ਰੀਕਲ એનર્ਜੀ ਕੀ ਕਰਦੇ ਆ, ਪ੍ਰੋਡਿਊਸ ਕਰਦੇ ਪਏ ਆ, ਠੀਕ ਆ ਜੀ। ਉੱਥੋਂ ਫਿਰ ਟਰਾਂਸਮਿਸ਼ਨ ਲਾਈਨਸ ਦੇ ਨਾਲ ਅੱਗੇ ਡਿਸਟ੍ਰੀਬਿਊਟ ਕਰਦੇ ਆ, ਠੀਕ ਆ। ਟਰਾਂਸਮਿਸ਼ਨ ਲਾਈਨਸ ਦੇ ਨਾਲ ਡਿਸਟ੍ਰੀਬਿਊਟ ਕਰਦੇ ਆ। ਉਹ ਕਿਸ ਤਰ੍ਹਾਂ ਡਿਸਟ੍ਰੀਬਿਊਸ਼ਨ ਹੁੰਦੀ ਆ ਉਹ ਉਹਦੇ ਬਾਰੇ ਆ। ਓਕੇ ਜੀ, ਕਲੀਅਰ ਆ? ਡਿਸਟ੍ਰੀਬਿਊਸ਼ਨ ਸਿਸਟਮ ਹੈ ਕੀ ਆ, ਡਿਸਟ੍ਰੀਬਿਊਟ ਕਰਦੇ ਪਏ ਆ ਕਿਹਨੂੰ, ਇਲੈਕਟ੍ਰਿਸਿਟੀ ਨੂੰ, ਇਲੈਕਟ੍ਰੀਕਲ એનર્ਜੀ ਨੂੰ ਡਿਸਟ੍ਰੀਬਿਊਟ ਕਰਦੇ ਪਏ। ਓਕੇ ਜੀ। ਸੋ ਪਹਿਲਾਂ ਆ ਗਿਆ ਤੁਹਾਡਾ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ। ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਕੀ ਆ, ਇੱਧਰ ਦੇਖੋ ਸਬਸਟੇਸ਼ਨ ਸੁਣਿਆ ਹੋਣਾ ਸਾਰਿਆਂ ਨੇ, ਸੁਣਿਆ ਨਾ ਸਾਰੇ ਸਬਸਟੇਸ਼ਨ? ਜੀ ਸਰ ਜੀ। ਹਾਂਜੀ, ਸਬਸਟੇਸ਼ਨ ਦੇ ਵਿੱਚ ਕੀ ਹੁੰਦਾ ਆ, ਜਿੱਦਾਂ
ਸਪੋਜ਼ ਡੈਮ ਦੇ ਵਿੱਚ ਕੀ ਆ, ਡੈਮ ਦੇ ਵਿੱਚ ਜਿਹੜੀ ਸਪਲਾਈ ਆ ਤੁਹਾਡੀ ਉੱਥੇ ਜਿਹੜੀ ਪ੍ਰੋਡਿਊਸ ਹੋ ਰਹੀ ਹੈ, ਉਹ ਆਪਾਂ ਸਪੋਜ਼ ਪ੍ਰੋਡਿਊਸ ਕਰਦੇ ਪਏ ਆ 66 ਕੇਵੀ ਲਾਈਨ ਦੇ ਵਿੱਚ ਪ੍ਰੋਡਿਊਸ ਕਰਦੇ ਪਏ ਆ। ਮਤਲਬ ਕੀ ਆ 66 ਕੇਵੀ, ਕੇਵੀ ਦਾ ਮਤਲਬ ਕੀ ਆ 1000, ਇੰਨੇ 1000 ਵੋਲਟ ਉੱਥੇ ਕੀ ਆ ਕਰੰਟ ਬਣ ਰਿਹਾ ਹੈ। ਠੀਕ ਆ ਜੀ, ਸਟੈਪ ਅਪ ਹੋ ਰਿਹਾ ਹੈ ਉੱਥੇ। ਠੀਕ ਆ ਜੀ, ਉੱਥੇ ਆਪਾਂ ਸਟੈਪ ਅਪ ਕਰਨ ਤੋਂ ਬਾਅਦ ਫਿਰ ਅੱਗੇ ਕੀ ਆ ਸਬ ਸਟੇਸ਼ਨ ਦੇ ਵਿੱਚ ਭੇਜਦੇ ਆ। ਠੀਕ ਆ, ਸਬ ਸਟੇਸ਼ਨ ਦੇ ਵਿੱਚ ਕੀ ਹੁੰਦਾ ਹੈ, ਸਬ ਸਟੇਸ਼ਨ ਦੇ ਵਿੱਚ ਕੀ ਹੁੰਦਾ, ਟਰਾਂਸਫਾਰਮਰ ਲੱਗਾ ਹੁੰਦਾ ਹੈ। ਕੀ ਲੱਗਾ ਹੁੰਦਾ ਉੱਥੇ, ਟਰਾਂਸਫਾਰਮਰ ਲੱਗਾ ਹੁੰਦਾ ਹੈ। ਓਕੇ ਜੀ, ਉਹ ਟਰਾਂਸਫਾਰਮਰ ਦੀ ਹੈਲਪ ਦੇ ਨਾਲ ਆਪਾਂ ਕੀ ਕਰਦੇ ਆ, ਜਿਹੜੀ ਪਿੱਛੋਂ 66 ਕੇਵੀ ਜਿੱਥੋਂ ਡੈਮ ਆ, ਡੈਮ ਤੋਂ ਜਿਹੜੀ ਸਪਲਾਈ ਪ੍ਰੋਡਿਊਸ ਹੋ ਰਹੀ ਆ, ਉਹ ਆਪਾਂ ਅੱਗੇ ਸਬ ਸਟੇਸ਼ਨ ਵਿੱਚ ਭੇਜਦੇ ਪਏ ਆ। 66 ਨੂੰ ਉੱਥੇ ਕਨਵਰਟ ਕਰਦੇ ਪਏ ਆ ਕਿਹਦੇ ਵਿੱਚ, ਆ 2 ਵੋਲਟੇਜ ਵਿੱਚ ਕਨਵਰਟ ਕਰਦੇ ਆ। ਠੀਕ ਆ ਜੀ, 11 ਵੋਲਟੇਜ ਵਿੱਚ, ਕਿਲੋ ਵੋਲਟ ਦੇ ਵਿੱਚ, ਜਾਂ 33 ਕਿਲੋ ਵੋਲਟ ਦੇ ਵਿੱਚ ਕਨਵਰਟ ਕਰਦੇ ਆ। ਠੀਕ ਆ, ਇਹ ਸਟੈਂਡਰਡ ਆ, ਇਹਦੇ ਵਿੱਚ ਹੀ ਕਨਵਰਟ ਹੁੰਦੀ ਆ। ਇਦਾਂ ਦੇ ਉਸੇ ਬੇਸ ਦੇ ਉੱਤੇ ਜਿਹੜੇ ਟਰਾਂਸਫਾਰਮਰ ਆ ਉਹ ਡਿਜ਼ਾਈਨ ਹੁੰਦੇ ਆ। ਓਕੇ, 66 ਦੇ ਵਿੱਚ ਪ੍ਰੋਡਿਊਸ ਹੁੰਦੀ ਆ, 66 ਤੋਂ ਲੈ ਕੇ 230 ਤੱਕ ਪ੍ਰੋਡਿਊਸ ਹੁੰਦੀ ਹੈ ਬੇਟਾ, 230 ਤੱਕ ਕੇਵੀ ਵੋਲਟ। ਠੀਕ ਆ, ਸੋ ਆਪਾਂ 66 ਦੀ ਐਗਜ਼ਾਮਪਲ ਲੈਂਦੇ ਆ। 66 ਲਾਈਨ ਤੋਂ ਆਂਦੀ ਆ, ਪਿੱਛੋਂ ਆਂਦੀ ਆ ਸਪਲਾਈ ਡੈਮ ਤੋਂ। ਉਸ ਤੋਂ ਬਾਅਦ ਕੀ ਆ, ਸਬ ਸਟੇਸ਼ਨ ਵਿੱਚ ਜਾਂਦੀ ਆ। ਸਬ ਸਟੇਸ਼ਨ ਦੇ ਵਿੱਚ ਜਿਹੜੀ ਸਪਲਾਈ ਆ ਉਹ ਟਰਾਂਸਫਾਰਮਰ ਦੀ ਹੈਲਪ ਦੇ ਨਾਲ ਆਪਾਂ ਨੂੰ ਕਨਵਰਟ ਕਰਦੇ ਹਾਂ ਕਿਹਦੇ ਵਿੱਚ, 11 ਕੇਵੀ ਤੇ 33 ਕੇਵੀ ਦੇ ਵਿੱਚ ਕਨਵਰਟ ਕਰਦੇ ਹਾਂ। ਓਕੇ ਜੀ, ਕਲੀਅਰ ਆ। ਜਿਹੜੀ ਪਿੱਛੋਂ ਜਿਹੜੀ ਲਾਈਨ ਆਉਂਦੀ ਆ ਉਸ ਦੌਰਾਨ ਜਿਹੜੀ ਡੈਮ ਤੋਂ, ਆਪਾਂ ਡੈਮ ਤੋਂ ਕਹਿ ਸਕਦੇ ਹਾਂ, ਜਿਹੜੀ ਸਪਲਾਈ ਆ ਰਹੀ ਆ ਉਹ ਆ ਰਹੀ ਆ 3 ਫੇਜ਼ 3 ਵਾਇਰ। ਠੀਕ, 3 ਫੇਜ਼ 3 ਵਾਇਰ, ਤਿੰਨੋਂ ਫੇਜ਼ ਵਾਇਰ ਹੁੰਦੀਆਂ। ਠੀਕ ਆ, 66 ਕੇਵੀ ਵਾਲੀਆਂ। ਓਕੇ, ਇੱਥੇ ਟਰਾਂਸਫਾਰਮਰ ਦੀ ਹੈਲਪ ਨਾਲ ਕਨਵਰਟ ਕਰਤਾ ਕਿਹਦੇ ਵਿੱਚ, 11 ਕੇਵੀ ਜਾਂ 33 ਕੇਵੀ। ਓਕੇ ਜੀ, ਕਨਵਰਟ ਹੋ ਗਈ ਇੱਥੇ, ਬੋਲੋ। ਹਾਂਜੀ ਸਰ। ਹੁਣ ਆ ਜਿਹੜੀ ਕਨਵਰਜਨ ਆ, ਇਹ ਅੱਗੇ ਸਪਲਾਈ ਆਪਾਂ ਭੇਜਦੇ ਆ। ਹੁਣ ਇਹ ਜਿਹੜੀ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ ਆ, ਇਹਦੇ ਵਿੱਚ ਕੀ ਹੁੰਦਾ ਆ, ਜਿਹੜੇ ਮੇਜਰ ਕੰਜ਼ਿਊਮਰ ਹੁੰਦੇ ਆ, ਬਿਗ ਕੰਜ਼ਿਊਮਰ ਹੁੰਦੇ ਆ। ਬਿਗ ਕੰਜ਼ਿਊਮਰ ਕਿੱਦਾਂ ਦੇ ਹੁੰਦੇ ਆ, ਜਿੱਦਾਂ ਫੈਕਟਰੀਆਂ ਹੋ ਗਈਆਂ, ਜਿੱਦਾਂ ਸੋਨਾਲੀਕਾ ਫੈਕਟਰੀ ਹੋ ਗਈ। ਠੀਕ ਆ, ਜਾਂ ਟਾਟਾ ਦੀ ਫੈਕਟਰੀ ਹੋ ਗਈਆਂ ਕੋਈ। ਠੀਕ ਆ, ਵੱਡੇ ਵੱਡੇ ਜਿਹੜੇ ਪਲਾਂਟ ਆ, ਲਾਰਜ ਫੈਕਟਰੀਜ਼ ਹੁੰਦੀਆਂ ਆ, ਉਹਨਾਂ ਦਾ ਆਪਣਾ ਅੰਦਰ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ ਹੈ। ਠੀਕ ਆ, ਜਿਹੜੀਆਂ ਲਾਰਜ ਫੈਕਟਰੀਜ਼ ਹੁੰਦੀਆਂ ਆ, ਹੁਣ ਫੈਕਟਰੀ ਵੀ ਇੱਕ ਤਰ੍ਹਾਂ ਦਾ ਸ਼ਹਿਰ ਹੀ ਆ। ਤੁਸੀਂ ਦੇਖਿਆ ਹੋਣਾ, ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਫੈਕਟਰੀਆਂ ਹੈਗੀਆਂ ਉਹ ਇੱਕ ਤਰ੍ਹਾਂ ਦਾ ਸ਼ਹਿਰ ਹੀ ਆ। ਉਹਦੇ ਵਿੱਚ ਸਾਰੀ ਬੰਦੇ ਰਹਿੰਦੇ ਵੀ ਆ, ਫੈਕਟਰੀ ਵਿੱਚ ਕੰਮ ਵੀ ਚੱਲਦਾ ਆ। ਠੀਕ ਆ, ਉੱਥੇ ਸਾਨੂੰ ਡਿਫਰੈਂਟ ਸਪਲਾਈ ਚਾਹੀਦੀ ਆ। ਉੱਥੇ ਫਿਰ ਆਪਣਾ ਉਹਨਾਂ ਦਾ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ। ਉਹ ਕੀ ਕਰਦੇ ਆ, ਉਹ ਸਪਲਾਈ ਲੈ ਲੈਂਦੇ ਆ, ਸਿੱਧੀ ਲੈ ਲੈਂਦੇ ਸਪਲਾਈ ਕਿੰਨੀ, 11 ਕੇਵੀ। ਕੀ ਕਰਦੇ ਉਹ, ਸਿੱਧੀ ਸਪਲਾਈ ਲੈ ਲੈਂਦੇ ਆ 11 ਕੇਵੀ, 3 ਫੇਜ਼ ਸਪਲਾਈ ਲੈ ਲੈਂਦੇ ਆ। ਠੀਕ ਆ ਜੀ, ਉਹ ਫੈਕਟਰੀਆਂ ਵਾਲੇ ਉੱਥੇ ਉਹਨਾਂ ਦੇ ਆਪਣੇ ਅੰਦਰ ਟਰਾਂਸਫਾਰਮਰ ਲੱਗੇ ਹੁੰਦੇ ਆ। ਉਹਨਾਂ ਦੇ ਆਪਣੇ ਅੰਦਰ ਕੀ ਲੱਗੇ ਹੁੰਦੇ ਆ, ਟਰਾਂਸਫਾਰਮਰ ਲੱਗੇ ਹੁੰਦੇ ਆ। ਉਹ ਕੀ ਕਰਦੇ, ਉਹ ਟਰਾਂਸਫਾਰਮਰ ਦੇ ਨਾਲ 11 ਕੇਵੀ ਜਿਹੜੀ ਸਪਲਾਈ ਉਹ ਯੂਜ਼ ਕਰ ਲੈਂਦੇ ਆ। ਟਰਾਂਸਫਾਰਮਰ ਦੇ ਥਰੂ ਜਿੱਥੇ ਉਹਨੇ ਸਪਲਾਈ ਦੇਣੀ ਉਹ ਦੇ ਦਿੰਦੇ ਆ। ਠੀਕ ਆ, ਸੋ ਇਟ ਮੀਨਸ ਜਿਹੜੇ ਬਿਗ ਕੰਜ਼ਿਊਮਰ ਆ ਉਹ ਸਿੱਧੀ ਸਪਲਾਈ ਲੈਂਦੇ ਆ। ਠੀਕ ਆ, ਕਿੱਥੋਂ 11 ਕੇਵੀ ਤੋਂ ਸਿੱਧੀ ਸਪਲਾਈ 11 ਕੇਵੀ ਦੀ ਸਪਲਾਈ ਲੈਂਦੇ ਆ। 11 ਕੇਵੀ ਸਪਲਾਈ ਸਿੱਧੀ ਮਿਲਦੀ ਉਹਨਾਂ ਨੂੰ। ਠੀਕ ਆ, ਬਿਗ ਫੈਕਟਰੀਆਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਸਪਲਾਈ ਲੈਂਦੀਆਂ 11 ਕੇਵੀ ਵਾਲੀ। ਓਕੇ ਜੀ, ਉਹ ਕਲੀਅਰ ਆ, ਬੋਲੋ। ਹਾਂਜੀ ਸਰ। ਠੀਕ ਆ, ਸੋ 11 ਕੇਵੀ ਦੀ ਸਪਲਾਈ ਜਿੱਥੇ ਸਿੱਧੀ ਜਾਂਦੀ ਪਈ ਆ, ਉਹ ਤੁਹਾਡੇ ਕੀ ਆ, ਉੱਥੇ ਤੱਕ ਕੀ ਆ ਤੁਹਾਡਾ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ। ਕਿਹੜਾ ਸਿਸਟਮ ਆ ਉਹ, ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ। ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਕੀ ਆ, 66 ਕੇਵੀ ਦੀ ਲਾਈਨਸ ਆ ਉਹ ਕਿਹ ਚ ਕਨਵਰਟ ਹੋ ਗਈ ਆ, 33 ਕੇਵੀ ਦੇ ਵਿੱਚ ਜਾਂ 11 ਕੇਵੀ ਦੇ ਵਿੱਚ। ਉਹਦੇ ਵਿੱਚ ਟਰਾਂਸਫਾਰਮਰ ਦੀ ਹੈਲਪ ਨਾਲ ਆਪਾਂ ਉਹਨੂੰ ਕਨਵਰਟ ਕਰ ਲੈਂਦੇ ਹਾਂ। ਓਕੇ ਜੀ, ਤੇ ਉਹ ਜਿਹੜੀ 11 ਕੇਵੀ ਸਪਲਾਈ ਉਹ ਬਿਗ ਕੰਜ਼ਿਊਮਰ ਉਹਨੂੰ ਯੂਟੀਲਾਈਜ਼ ਕਰਦੇ ਆ। ਠੀਕ ਆ ਜੀ, ਅੱਗੇ ਆ ਸਾਰੇ ਬਿਗ ਕੰਜ਼ਿਊਮਰ ਬੈਠੇ ਹੋਏ ਆ। ਬਿਗ ਕੰਜ਼ਿਊਮਰ ਮਤਲਬ ਜਿਹੜੇ ਬਲਕ ਦੇ ਵਿੱਚ ਕੰਜ਼ਿਊਮ ਜਿਹਨਾਂ ਨੇ ਕਰਨਾ ਆ। ਠੀਕ ਆ ਜੀ, ਉੱਥੇ ਉਹ ਆਪਣਾ ਕਨਵਰਟ ਕਰ ਲੈਂਦੇ, ਫਿਰ ਅੱਗੇ 11 ਕੇਵੀ ਨੂੰ ਆਪਣੇ ਮੁਤਾਬਿਕ ਉਹ ਕਨਵਰਟ ਕਰ ਲੈਂਦੇ ਆ। ਓਕੇ ਜੀ, ਕਲੀਅਰ ਇੱਥੇ ਤੱਕ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਸਿਸਟਮ। ਕਿਸੇ ਨੇ ਕੋਈ ਪੁੱਛਣਾ ਤਾਂ ਨਹੀਂ, ਬੋਲੋ। ਯੈਸ অর नो बेटा बोलो। नहीं सर, सही है जी। ओके जी, ओके। नेक्स्ट आ गया ਤੁਹਾਡਾ ਸੈਕੰਡਰੀ ਡਿਸਟ੍ਰੀਬਿਊਸ਼ਨ ਸਿਸਟਮ, ਲੋ ਟੈਂਸ਼ਨ। ਇਹਦੇ ਵਿੱਚ ਕੀ ਕਰਦੇ ਆ ਆਪਾਂ, ਇਹਦੇ ਵਿੱਚ ਜਿੱਦਾਂ ਹੁਣ ਸਪਲਾਈ ਆਣੀ ਹੈ ਤੁਹਾਡੀ 3 ਫੇਜ਼ 3 ਵਾਇਰ ਸਪਲਾਈ ਆ ਰਹੀ ਆ, ਉਹੀ ਜਿਹੜੀ ਪਿੱਛੋਂ ਜਿਹੜੀ ਸਪਲਾਈ ਆ ਰਹੀ ਸੀ ਨਾ 11 ਕੇਵੀ ਵਾਲੀ, ਉਹ ਕਿੱਥੇ ਆ ਗਈ ਆ, ਸਬ ਸਟੇਸ਼ਨ ਤੇ ਆ ਗਈ। ਇੱਕ ਹੋਰ ਸਬ ਸਟੇਸ਼ਨ ਆ ਗਿਆ। ਠੀਕ ਆ,
ਉਹਨੇ ਕੀ ਕਰਨਾ, ਜਿਹੜੀ 11 kV ਵਾਲੀ ਸਪਲਾਈ ਆ ਉਹਨੂੰ ਕਿਹ 'ਚ ਕਨਵਰਟ ਕਰਨਾ ਆ। ਦੇਖੋ ਅੱਗੇ ਕੀ ਲਿਖਿਆ ਹੋਇਆ, 400 ਵੋਲਟ ਕਿਹ 'ਚ ਕਨਵਰਟ ਕਰਦਾ ਪਿਆ 11 kV ਨੂੰ 400 ਵੋਲਟ ਦੇ ਵਿੱਚ, ਮਤਲਬ ਜਾਂ 230 ਵੋਲਟ। ਠੀਕ ਆ, 230 220 ਆਪਾਂ 220 ਤੋਂ ਲੈ ਕੇ 240 ਤੱਕ ਲਿਖਦੇ ਹਾਂ। ਠੀਕ ਆ, 220 ਤੋਂ ਲੈ ਕੇ 240 ਤੱਕ ਲਿਖਦੇ ਹਾਂ ਆਪਾਂ। ਠੀਕ ਆ, ਸਿੰਗਲ ਫੇਸ ਸਪਲਾਈ ਆ ਗਈ ਨਾ ਤੁਹਾਡੀ, ਮਤਲਬ 400 ਵੋਲਟ 400 ਵੋਲਟ ਲਾ ਲਓ ਤੁਸੀਂ, ਚਲੋ 400 ਵੋਲਟ ਜਾਂ 230 ਵੋਲਟ ਲਿਖਿਆ ਹੋਇਆ ਤੁਸੀਂ। ਠੀਕ ਆ, 400 ਵੋਲਟ ਜਾਂ 230 ਵੋਲਟ ਦੇ ਵਿੱਚ ਇਹ ਸਪਲਾਈ ਕਨਵਰਟ ਹੁੰਦੀ ਹੈ। ਇਹ ਮੇਜਰ ਡਿਸਟ੍ਰੀਬਿਊਸ਼ਨ ਸਿਸਟਮ ਇੱਥੋਂ 11 kV ਦੀ ਸਪਲਾਈ ਇਹਨੂੰ ਇਨਪੁਟ ਤੇ ਆਉਂਦੀ ਹੈ, ਇਨਪੁਟ ਤੇ ਆਉਂਦੀ ਹੈ। ਠੀਕ ਆ, ਹੁਣ ਤੁਹਾਡੇ ਮੁਹੱਲਿਆਂ ਵਿੱਚ ਜਿਹੜੇ ਤੁਹਾਡੇ ਸ਼ਹਿਰਾਂ ਵਿੱਚ, ਤੁਹਾਡੇ ਮੁਹੱਲੇ ਸਿਟੀਜ਼ ਦੇ ਵਿੱਚ ਜਿਹੜਾ ਟਰਾਂਸਫਾਰਮਰ ਲੱਗਾ ਹੋਇਆ ਤੁਸੀਂ ਦੇਖਿਆ ਉਹ ਕਿੰਨੇ kV ਦਾ ਹੁੰਦਾ? ਉੱਥੇ ਲਿਖਿਆ ਹੋਣਾ 11 kV, ਧਿਆਨ ਨਾਲ ਦੇਖਿਓ। ਠੀਕ ਆ, ਉਹ ਜਿਹੜਾ ਟਰਾਂਸਫਾਰਮਰ ਹੈਗਾ ਉਹ 11 kV ਦੀ ਸਪਲਾਈ ਉਹਨੂੰ ਆਉਂਦੀ ਆ, ਉਹ ਕਨਵਰਟ ਕਰਦਾ ਕਿ ਇਹਦੇ ਵਿੱਚ 230 ਤੇ 200 ਆਵਲੀ ਸਪਲਾਈ ਕਰਦਾ, 220 ਲੈ ਕੇ 240 ਦੇ ਵਿੱਚ ਜਿਹੜੀ ਸਿੰਗਲ ਫੇਸ ਸਪਲਾਈ ਆ। ਠੀਕ ਆ, ਉਹ 'ਚ ਕਨਵਰਟ ਕਰਦਾ ਪਿਆ, ਤੇ ਨਾਲ ਤੁਹਾਨੂੰ ਦਊਗਾ ਉੱਥੇ ਇੱਕ ਚੌਥੀ ਵਾਇਰ ਦਊਗਾ। ਉਹ ਚੌਥੀ ਵਾਇਰ ਕਿਹੜੀ ਹੋਗੀ? ਨਿਊਟਰਲ ਵਾਇਰ। ਕੀ ਦਊਗਾ ਉਹ? ਇੱਕ ਨਾਲ ਨਿਊਟਰਲ ਵਾਇਰ ਦਊਗਾ। ਠੀਕ ਆ, ਹੁਣ ਜਿਹੜੀ ਤੁਹਾਡੇ ਬਾਹਰ ਟਰਾਂਸਮਿਸ਼ਨ ਲਾਈਨਸ ਆ ਰਹੀਆਂ ਨਾ, ਉਹ ਇਦਾਂ ਡਿਸਟਰੀਬਿਊਟ ਆ ਉੱਥੇ ਕਰੰਟ, ਧਿਆਨ ਨਾਲ ਦੇਖਿਓ। ਆਰ ਵਾਈ ਬੀ ਆ ਸਾਰੇ ਸਿੰਗਲ ਫੇਜ਼ ਆ, 230 ਵੋਲਟ ਜਾਂ 220 ਵੋਲਟ। ਆਰ ਵੀ 220 ਵੋਲਟ ਆ, ਇਹ ਵੀ 220 ਵੋਲਟ ਆ, ਆ ਵੀ 220 ਵੋਲਟ ਆ। ਨਿਊਟਰਲ ਨਾਲ ਨੀਚੇ ਕੀ ਆ? ਐਨ ਨਿਊਟਰਲ ਆ, ਟਰਾਂਸਮਿਸ਼ਨ ਲਾਈਨਸ ਨਹੀਂ ਹੈਗੀਆਂ ਬਾਹਰ। ਠੀਕ ਆ, ਉਹ ਹੁਣ ਤਾਂ ਜਦੋਂ ਤੁਹਾਨੂੰ ਹਾਊਸ ਜਦੋਂ ਤੁਹਾਡੇ ਘਰ ਹੈਗੇ ਆ, ਠੀਕ ਆ, ਘਰ ਹੈਗੇ ਆ ਤੁਹਾਡੇ, ਉੱਥੇ ਕੀ ਆ, ਤੁਹਾਨੂੰ ਕੀ ਚਾਹੀਦਾ ਆ? ਇੱਕ ਫੇਜ਼ ਵਾਇਰ ਚਾਹੀਦੀ ਆ, ਫਿਰ ਕੀ ਚਾਹੀਦਾ? ਇੱਕ ਨਾਲ ਨਿਊਟਰਲ ਚਾਹੀਦੀ ਹੈ ਤੁਹਾਨੂੰ। ਇੱਕ ਫੇਜ਼ ਵਾਇਰ, ਇੱਕ ਉਹ ਤਿੰਨੋਂ ਜਿਹੜੀਆਂ ਫੇਜ਼ ਵਾਇਰਸ ਆ ਰਹੀਆਂ ਉਹ 'ਚ ਇੱਕ ਫੇਜ਼ ਵਾਇਰ ਦੇ ਦਿੱਤੀ ਤੁਹਾਨੂੰ, ਇੱਕ ਨਿਊਟਰਲ ਦੇ ਦਿੱਤੀ। ਇਸ ਤਰ੍ਹਾਂ ਦੂਜਾ ਹਾਊਸ ਆ, ਉਹਦੇ ਵਿੱਚੋਂ ਵੀ ਜਿਹੜੀ ਮਰਜ਼ੀ ਇੱਕ ਫੇਜ਼ ਵਾਇਰ ਦੇ ਦਿਓ, ਇੱਕ ਨਿਊਟਰਲ ਦੇ ਦਿਓ। ਹੁਣ ਕੁਝ ਘਰਾਂ ਦੇ ਵਿੱਚ 3 ਫੇਜ਼ ਸਪਲਾਈ ਵੀ ਚੱਲਦੀ ਹੁੰਦੀ ਹੈ, ਕੁਝ ਘਰਾਂ ਵਿੱਚ 3 ਫੇਜ਼ ਸਪਲਾਈ ਵੀ ਚੱਲਦੀ ਆ। ਠੀਕ ਆ, ਉਹਦੇ ਵਿੱਚ ਕੀ ਆ, ਫਿਰ 3 ਫੇਜ਼ ਤੁਹਾਨੂੰ ਇੱਥੋਂ ਤਿੰਨੋਂ ਫੇਜ਼ ਤੋਂ ਕਰੰਟ ਦਊਗੀ। ਆ ਤਿੰਨੋਂ ਫੇਜ਼ ਤੋਂ ਕਰੰਟ ਤੁਹਾਨੂੰ ਕੁਝ ਘਰਾਂ ਦੇ ਵਿੱਚ ਜਿਹੜੀ 3 ਫੇਜ਼ ਸਪਲਾਈ ਮਿਲਦੀ ਹੈ ਉਹ ਇੱਥੋਂ ਮਿਲਦੀ ਹੈ। ਠੀਕ ਆ, ਤਿੰਨੋਂ ਫੇਜ਼ ਤੋਂ ਮਿਲਦੀ ਹੈ। ਓਕੇ, ਠੀਕ ਆ, ਜੇ ਸਿੰਗਲ ਫੇਜ਼ ਚਾਹੀਦੀ ਹੈ ਇੱਕ ਫੇਜ਼ ਤੇ ਇੱਕ ਨਿਊਟਰਲ, ਉਹ ਵੀ ਇੰਤਜ਼ਾਮ ਇੱਥੋਂ ਬਾਹਰ ਦੇ ਦਿੰਦੇ ਤੁਹਾਨੂੰ। ਠੀਕ ਆ, ਇਸੇ ਤਰੀਕੇ ਦੇ ਨਾਲ ਫੈਕਟਰੀਆਂ ਦੇ ਵਿੱਚ ਵੀ ਸਿੰਗਲ ਫੇਜ਼ ਸਪਲਾਈ ਵੀ ਚਾਹੀਦੀ ਹੁੰਦੀ ਆ ਕੁਝ ਪਰਪਸ ਲਈ, ਤੇ 3 ਫੇਜ਼ ਵੀ ਚਾਹੀਦੀ ਹੈ। ਇਹ ਕਿੱਦਾਂ ਦੀਆਂ ਫੈਕਟਰੀਆਂ ਹੁੰਦੀਆਂ? 3 ਫੇਜ਼ ਵੀ ਚਾਹੀਦੀ ਹੁੰਦੀ ਹੈ। ਉਹ ਤਾਂ ਬਿਗ ਕੰਜ਼ਿਊਮਰਸ ਹੈ ਨਾ, ਬਹੁਤ ਵੱਡੀਆਂ ਫੈਕਟਰੀਆਂ ਸੀਗੀਆਂ। ਇਹ ਕਿੱਦਾਂ ਦੀਆਂ ਫੈਕਟਰੀਆਂ ਹੋ ਗਈਆਂ? ਜਿੱਦਾਂ ਸਮਾਲ ਫੈਕਟਰੀਆਂ ਹੈਗੀਆਂ ਤੁਹਾਡੇ ਜਲੰਧਰ ਦੇ ਵਿੱਚ, ਇੱਦਾਂ ਫੈਕਟਰੀਆਂ ਹੈਗੀਆਂ ਜਿੱਦਾਂ CIST ਹੋ ਗਈ, ਹੈਂਡ ਟੂਲਸ ਵਾਲੀ ਹੋ ਗਈ। ਠੀਕ ਆ, ਇਹ ਕੀ ਹੈ? ਸਮਾਲ ਕੰਜ਼ਿਊਮਰ ਆ। ਠੀਕ ਆ, ਜਾਂ ਹੋਰ ਫੋਕਲ ਪੁਆਇੰਟ ਦੇ ਉੱਤੇ ਛੋਟੀਆਂ ਫੈਕਟਰੀਆਂ ਹੋ ਗਈਆਂ, ਇਹ ਕੀ ਹੈ? ਸਮਾਲ ਕੰਜ਼ਿਊਮਰ ਆ। ਇਹਨਾਂ ਨੂੰ ਜਿਹੜੀ ਸਪਲਾਈ ਹੈ ਇੱਦਾਂ ਮਿਲਦੀ ਹੈ। ਠੀਕ ਆ, 11 kV ਤੋਂ ਕਨਵਰਟ ਕਰਕੇ ਇਹ ਆਪ 3 ਫੇਜ਼ ਤੇ ਸਿੰਗਲ ਫੇਜ਼ ਦੇ ਵਿੱਚ, ਠੀਕ ਆ, ਇੱਥੋਂ ਕਨਵਰਟ ਕਰਕੇ ਇੱਦਾਂ ਸਪਲਾਈ ਦੇ ਦਿੰਦੇ ਆ। ਓਕੇ ਜੀ, ਉਹ ਕਲੀਅਰ ਆ? ਬੋਲੋ। ਹਾਂਜੀ ਸਰ ਜੀ। ਸੋ ਇਹਨੂੰ ਕਹਿੰਦੇ ਆਪਾਂ, ਜਿਹੜਾ 11 kV ਤੋਂ ਕਨਵਰਟ ਹੋ ਕੇ ਸਿੰਗਲ ਫੇਜ਼ ਦੇ ਵਿੱਚ ਆ ਗਿਆ, 400 ਵੋਲਟ ਜਾਂ 230 ਵੋਲਟ ਇਹਦੇ ਵਿੱਚ ਆ ਗਿਆ। ਠੀਕ ਆ, ਤਾਂ ਉਹ ਤੁਹਾਡਾ ਆ ਗਿਆ ਸੈਕੰਡਰੀ ਡਿਸਟ੍ਰੀਬਿਊਸ਼ਨ ਸਿਸਟਮ। ਓਕੇ ਜੀ, ਜਿੱਦਾਂ ਕਹਿੰਦੇ ਨਾ ਜਿਹੜੇ ਸਰ ਜੀ ਜਿਹੜੇ 3 ਫੇਜ਼ ਯੂਜ਼ ਕਰਦੇ ਆ ਉਹ ਆਪਣਾ ਅਰਥ ਬਣਾਉਂਦੇ ਸਰ ਜੀ, ਉਹ ਕੀ ਹੁੰਦਾ ਸਿਸਟਮ? ਆਪਣਾ ਅਰਥ ਬਣਾਉਂਦੇ ਮਤਲਬ ਸਰ ਜੀ ਮੀਨ ਆਪਣੇ ਅਰਥ ਪਾਉਂਦੇ ਆ ਉਹ ਜਾਂ ਖੋਦ ਕੇ ਜੀ? ਹਾਂਜੀ, ਉਹ 3 ਫੇਜ਼ ਅਰਥ ਇੱਕ ਦੇਖੋ, ਪਹਿਲਾਂ ਹੁੰਦਾ ਸੀ ਹਰ ਇੱਕ ਘਰ ਦੇ ਵਿੱਚ ਪਹਿਲਾਂ ਅਰਥ ਆਪ ਕਰਦੇ ਸੀਗੇ। ਠੀਕ ਆ, ਹੁਣ ਕੀ ਆ, ਫਿਰ ਜਦੋਂ ਸਿਟੀਜ਼ ਬਣ ਗਈਆਂ, ਸਿਟੀਜ਼ ਦੇ ਵਿੱਚ ਕੀ ਇੱਕ ਡੰਪ ਏਰੀਆ ਬਣਾਇਆ ਗਿਆ ਜਿੱਥੇ ਅਰਥ ਦੀ ਸਪਲਾਈ ਦਿੱਤੀ ਗਈ ਆ। ਠੀਕ ਆ, ਹੁਣ ਤੁਹਾਡੇ ਘਰਾਂ ਵਿੱਚ ਜਿੰਨੀ ਵੀ ਅਰਥ ਦੀ ਸਪਲਾਈ ਆ ਜਾਂ ਕਿਸੇ ਮੁਹੱਲੇ ਦੀ ਹੈਗੀ ਕੋਈ ਸਪਲਾਈ ਆ, ਉਹ ਉਸ ਦੇ ਵਿੱਚ ਡੰਪ ਹੁੰਦੀ ਆ ਜਾ ਕੇ। ਠੀਕ ਆ, ਅਰਥ ਦੀ ਸਪਲਾਈ ਅੰਡਰਗਰਾਉਂਡ ਹੀ ਜਾਂਦੀ ਪਈ ਹੈ, ਅਰਥ ਦੀ ਸਪਲਾਈ ਤਕਰੀਬਨ ਤੁਹਾਡੀ। ਠੀਕ ਆ, ਪਹਿਲਾਂ ਹਰ ਇੱਕ ਘਰਾਂ ਦੀ ਆਪਣੀ ਅਰਥ ਦੀ ਸਪਲਾਈ ਹੁੰਦੀ ਸੀਗੀ। ਹੁਣ ਹਰ ਕਦੇ ਆਪਣੀ ਨਹੀਂ ਹੈਗੀ। ਇੱਕ ਮਤਲਬ ਏਰੀਆ ਬਣਾ ਦਿੱਤਾ ਗਿਆ, ਉੱਥੇ ਜਾ ਕੇ ਸਾਰਾ ਡੰਪ ਹੁੰਦਾ ਪਿਆ ਕਰੰਟ ਤੁਹਾਡਾ। ਚੱਲ ਰਹੀ ਹੈ। ਹਾਂਜੀ, ਕੀ ਕਹਿੰਦੇ ਪਏ? ਹੋ ਗਿਆ ਕਲੀਅਰ ਬੇਟਾ? ਕੁਝ ਪੁੱਛਣਾ ਕਿਸੇ ਨੇ ਸੈਕੰਡਰੀ ਵਿੱਚੋਂ ਤੇ ਪ੍ਰਾਇਮਰੀ ਵਿੱਚੋਂ? ਇਸ ਤਾਂ ਕਲੀਅਰ ਹੈ ਜੀ। ਓਕੇ ਜੀ, ਓਕੇ।
ਬਸ ਅੱਜ ਦੇ ਲਈ ਇੰਨਾ ਹੀ, ਬਾਕੀ ਆਪਾਂ ਨੈਕਸਟ ਟਾਈਮ ਕਰਾਂਗੇ। ਠੀਕ ਹੈ, ਮੈਨੂੰ ਅਟੈਂਡੈਂਸ ਲੈਣ ਦਿਓ।